ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਆਦਿ ਸੁਦਾਸਰ ਜੇ ਗੁਰਦੁਆਰ ਬਿਲੋਕੈ ਜਾਇ ਕੈ ਪਾਪ ਗਵਾਵੈ। ਤਉ ਭੀ ਜਥਾਵਤ ਸਿੱਖਿਅਨ ਕੇ ਸਮ ਕੋ ਪੁਚਾਰ ਤੇ ਹੋਣ ਨ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੇ ਇਤਿਹਾਸ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਸਾਹਿਬ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਪੰਜ ਪਿਆਰੇ ਸਾਹਿਬਾਨ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ। ਪੰਜ ਪਿਆਰੇ ਸਾਹਿਬ ਕੋਲੋਂ ਆਪ ਅੰਮ੍ਰਿਤ ਦੀ ਦਾਤ ਲਈ ਹੈ। ਉਪਰੰਤ ਮਹਾਰਾਜ ਜੀ ਨੇ ਜੋ ਮਰਿਆਦਾ ਹੈ ਖਾਲਸੇ ਦੀ, ਉਹ ਮਰਿਆਦਾ ਪਾਤਸ਼ਾਹ ਜੀ ਨੇ ਦੱਸੀ ਹੈ। ਮਰਿਆਦਾ ਦੇ ਵਿੱਚ ਆਪਾਂ ਰਹਿਤਨਾਮੇ ਸਰਵਣ ਕੀਤੇ। ਭਾਈ ਨੰਦ ਲਾਲ ਜੀਆਂ ਦੇ ਤਨਖਾਹਨਾਮੇ ਸਰਵਣ ਕਰਕੇ ਮਰਿਆਦਾ ਸੁਣੀ ਹੈ। ਸਤਿਗੁਰੂ ਕਿਹੜੇ ਕਿਹੜੇ ਬਚਨ ਹੋਰ ਕਰਦੇ ਨੇ ਸਿੱਖ ਦੇ ਕਰਨ ਵਾਲੇ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਸੁਦਾਸਰ ਜੇ ਗੁਰਦੁਆਰ ਬਿਲੋਕੈ ਜਾਇ ਕੈ ਪਾਪ ਗਵਾਵੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਕਾ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੇ। ਉੱਥੇ ਦਰਸ਼ਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਪਾਪ ਨਾਸ ਹੋ ਜਾਂਦੇ। ਡਿਠੇ ਸਭੇ ਥਾਵ ਨਹੀਂ ਤੁਧ ਜਿਹੇ। ਦੁਨੀਆ 'ਤੇ ਬੜੀਆਂ ਧਾਰਮਿਕ ਜਗ੍ਹਾ ਵੀ ਹੋਣਗੀਆਂ ਵੇਖਣ ਵਾਲੀਆਂ, ਘੁੰਮਣ ਵਾਲੀਆਂ ਜਗ੍ਹਾ ਵੀ ਬੜੀਆਂ ਹੋਣਗੀਆਂ, ਮਸ਼ਹੂਰ ਵੀ ਬੜੀਆਂ ਹੋਣਗੀਆਂ,
ਪਰ ਉਹਨਾਂ ਜਗ੍ਹਾ 'ਤੇ ਜਾ ਕੇ ਕੋੜੀਆਂ ਦੇ ਰੋਗ ਨਹੀਂ ਠੀਕ ਹੁੰਦੇ, ਉਹਨਾਂ ਜਗ੍ਹਾ 'ਤੇ ਜਾ ਕੇ ਅੰਨ੍ਹਿਆਂ ਨੂੰ ਅੱਖਾਂ ਨਹੀਂ ਮਿਲਦੀਆਂ, ਉਹਨਾਂ ਜਗ੍ਹਾ 'ਤੇ ਜਾ ਕੇ ਲੰਗੜਿਆਂ ਨੂੰ ਲੂਲਿਆਂ ਨੂੰ ਲੱਤਾਂ ਨਹੀਂ ਮਿਲਦੀਆਂ। ਅੱਜ ਵੀ ਆਪਾਂ ਵੇਖਦੇ ਹਾਂ ਨਾ, ਰੋਜ਼ ਨਵੀਂ ਤੋਂ ਨਵੀਂ ਘਟਨਾ ਸਾਹਮਣੇ ਆਉਂਦੀ ਹੈ। ਨੇਤਰਾਂ ਵਾਲੇ, ਜਿਹਦੇ ਕੋਲ ਨੇਤਰ ਨਹੀਂ, ਮਨੱਖਾ ਹੈ, ਉਹਨੂੰ ਨੇਤਰ ਮਿਲ ਗਿਆ। ਜਿਹੜਾ ਬੋਲ ਨਹੀਂ ਸਕਦਾ ਉਹ ਬੋਲਦਾ ਪਿਆ। ਅੱਜ ਵੀ ਕਈ ਖਬਰਾਂ ਆਉਂਦੀਆਂ ਮੀਡੀਆ ਵਿੱਚ ਜਾਂ ਅਖਬਾਰਾਂ ਵਿੱਚ ਆਪਾਂ ਪੜ੍ਹਦੇ ਹਾਂ। ਗੁਰਮੁਖੋ, ਉਹ ਧਰਤੀ ਇਹੋ ਜਿਹੀ ਹੈ, ਪਾਪੀਆਂ ਦੇ ਪਾਪ ਉੱਥੇ ਮਿਟ ਜਾਂਦੇ। ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਵੀ ਬੀਬੀ ਰਜਨੀ ਦਾ ਜਿਹੜਾ ਪਤੀ ਸੀ ਉਹ ਪਿੰਗਲਾ ਸੀ, ਕੋੜਾ ਸੀ। ਪਰ ਜੇ ਉਹ ਪਿੰਗਲਾ ਸੀ ਤੇ ਉਹ ਕਿਸੇ ਪਾਪ ਕਰਕੇ ਹੀ ਪਿੰਗਲਾ ਹੋਇਆ ਨਾ। ਕੋਈ ਪਾਪ ਹੋਵੇਗਾ ਪਿਛਲੇ ਜਨਮ ਦਾ, ਜਿਹਦੇ ਕਰਕੇ ਹੱਥ ਪੈਰ ਕੰਮ ਨਹੀਂ ਕਰਦੇ, ਸਰੀਰ ਤੇ ਕੋੜ ਹੋਇਆ ਪਿਆ, ਪਿੰਗਲਾ ਹੈ, ਚੱਲ ਫਿਰ ਨਹੀਂ ਸਕਦਾ, ਕਿਸੇ ਦਾ ਮੁਹਤਾਜ ਹੈ, ਬੜੀ ਨਰਕ ਭਰੀ ਜ਼ਿੰਦਗੀ ਜਿਉਂਦਾ ਪਿਆ। ਪਰ ਉਹ ਕੋੜਾ ਤਾਂ ਹੀ ਹੈ, ਪਿੰਗਲਾ ਤਾਂ ਹੀ ਹੈ ਵੀ ਉਹਦਾ ਕੋਈ ਪਾਪ ਕਰਮ ਹੈ। ਪਰ ਜਦੋਂ ਉਹ ਕੋੜਾ ਪਿੰਗਲਾ ਵਿਅਕਤੀ ਆ ਗਿਆ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਥਾਨ 'ਤੇ, ਜਿੱਥੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ, ਜਦੋਂ ਉਸ ਸਥਾਨ 'ਤੇ ਆ ਕੇ ਇਸ਼ਨਾਨ ਕੀਤਾ ਤੇ ਮਹਾਰਾਜ ਦਾ ਬਚਨ ਹੈ ਉੱਥੇ ਆ ਕੇ ਪਾਪ ਨਾਸ ਹੁੰਦੇ ਨੇ। ਤੇ ਉਹਦੇ ਪਾਪ ਨਾਸ ਹੋ ਗਏ। ਉਹ ਕੋੜੇ ਤੋਂ ਰਾਜੀ ਹੋ ਗਿਆ, ਤੰਦਰੁਸਤ ਹੋ ਗਿਆ, ਚੰਗੇ ਭਲੇ ਸਰੀਰ ਦਾ ਉਹ ਮਾਲਕ ਬਣ ਗਿਆ। ਸਤਿਗੁਰੂ ਪਾਤਸ਼ਾਹ ਬਚਨ ਕਰਦੇ ਵੀ ਉਹ ਧਰਤੀ ਐਸੀ ਪਵਿੱਤਰ ਹੈ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ, ਉੱਥੇ ਪਾਪੀਆਂ ਦੇ, ਕੋੜੀਆਂ ਦੇ ਪਾਪ ਦੂਰ ਹੁੰਦੇ ਤੇ ਨਵੇਂ ਸਰੀਰ ਪ੍ਰਾਪਤ ਹੋ ਜਾਂਦੇ। ਤੇ ਭੱਟਾ ਨੇ ਲਿਖਿਆ, ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਦੁਨੀਆ ਦੀ ਸਾਰੀ ਧਰਤੀ ਵੇਖ ਕੇ ਧੰਨ ਗੁਰੂ ਪਾਤਸ਼ਾਹ ਤੁਹਾਡੇ ਹਰਿਮੰਦਰ ਸਾਹਿਬ ਵਰਗਾ ਕੋਈ ਜਗ੍ਹਾ ਹੈ ਹੀ ਨਹੀਂ। ਬਦਹੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ, ਅਨੂਪ ਰਾਮਦਾਸਪੁਰ ਹਰ ਹਾਂ ਕਸਮਲ ਜਾਹੇ, ਨਾਇਆ ਰਾਮਦਾਸ ਸਰ। ਇਹ ਬਚਨ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਜਦੋਂ ਮਹਾਰਾਜ ਜੀ ਆਪਣੇ ਸਹੁਰੇ ਪਿੰਡ ਗਏ ਨਾ, ਮਾਤਾ ਸਾਹਿਬ ਮਾਤਾ ਗੰਗਾ ਜੀਆਂ ਨੂੰ ਵਿਆਹੁਣ ਵਾਸਤੇ, ਤੇ ਮਾਤਾ ਗੰਗਾ ਜੀਆਂ ਦੀ ਜਿਹੜੀ ਭੈਣ ਉਹਦਾ ਨਾਮ ਹੈ ਹਰਹਾਂ, ਉਹਨੇ ਆ ਕੇ ਕੁਝ ਸਹੇਲੀਆਂ ਦੇ ਨਾਲ, ਸਤਿਗੁਰਾਂ ਦੇ ਨਾਲ ਕੋਈ ਹਾਸੇ ਵਾਲੇ ਮਜ਼ਾਕ ਵਾਲੇ ਬਚਨ ਕੀਤੇ। ਤੇ ਸਤਿਗੁਰਾਂ ਨੇ ਫਿਰ ਸਾਰਿਆਂ ਨੂੰ ਕੋਲ ਬਿਠਾ ਲਿਆ, ਕਹਿਣ ਲੱਗੇ ਇਹ ਤੇ ਕੱਚੀਆਂ ਗੱਲਾਂ ਸੰਸਾਰੀ ਨੇ, ਆਓ ਤੁਹਾਨੂੰ ਨਿਰੰਕਾਰ ਦੀ ਗੱਲ ਸੁਣਾਈਏ। ਤੇ ਫਿਰ ਉਹਦਾ ਨਾਮ ਵਰਤ ਕੇ, ਹਰਹਾਂ ਉਹਦਾ ਨਾਮ ਹੈ, ਹਰਹਾਂ ਕਸਮਲ ਜਾਹੇ, ਵੱਡੇ ਵੱਡੇ ਪਾਪ ਨਾਸ ਹੋ ਜਾਂਦੇ, ਨਾਇਆ ਰਾਮਦਾਸ ਸਰ। ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਪੀਆਂ ਦੇ ਪਾਪ ਕੱਟੇ ਜਾਂਦੇ। ਪਰ ਅੱਜ ਕਈ ਦੁਸ਼ਟ ਮੱਤ ਵਾਲੇ ਲੋਕ ਐਸੇ ਵੀ ਨੇ ਜਿਹੜੇ ਉਸ ਸਰੋਵਰ ਦੀ ਨਿੰਦਿਆ ਵੀ ਕਰਦੇ ਨੇ, ਉਸ ਸਥਾਨ ਦੇ ਬਾਰੇ ਮਾੜਾ ਚੰਗਾ ਬੋਲਦੇ ਨੇ। ਪਰ ਗੁਰਮੁਖੋ ਐਡਾ ਵੱਡਾ ਪਾਪ ਕਰਕੇ ਦੇਣਾ ਕਿੱਥੇ ਦੇਵਾਂਗੇ? ਮੂੰਹ 'ਚੋਂ ਬੋਲਣ ਕਰਕੇ, ਸ਼ਬਦ ਕਹਿਣ ਕਰਕੇ ਵੀ ਪਾਪ ਹੈ। ਪਾਪ ਇੱਕ ਤਰ੍ਹਾਂ ਦਾ ਨਹੀਂ ਹੈ, ਜ਼ੁਬਾਨ ਤੋਂ ਜਿਹੜਾ ਬਚਨ ਬੋਲਦੇ ਆ ਉਹਦੇ ਨਾਲ ਵੀ ਪਾਪ ਹੁੰਦਾ ਹੈ। ਪਰ ਜੇ ਸੰਸਾਰ ਦੇ ਪਦਾਰਥਾਂ ਵਾਸਤੇ ਐਡੇ ਵੱਡੇ ਸਥਾਨ ਨੂੰ ਕਿਸੇ ਘਾਟੇ ਵਾਲੇ ਬਚਨ ਵਿੱਚ ਬੋਲਿਆ ਕਿ ਦੁਨੀਆ ਦਾ ਪਦਾਰਥ ਮਿਲ ਜਾਵੇ, ਪਰ ਜਿਹੜਾ ਪਾਪ ਕਰ ਲਿਆ ਨੇ ਉਹਦੀ ਸਜ਼ਾ ਜ਼ਰੂਰ ਮਿਲਣੀ ਹੈ। ਇਸ ਕਰਕੇ ਜਦੋਂ ਵੀ ਹਰਿਮੰਦਰ ਸਾਹਿਬ ਜਾਓ, ਉੱਥੇ ਹੱਥ ਜੋੜ ਕੇ ਨਮਸਕਾਰ ਕਰੋ, ਉੱਥੇ ਪਰਿਕਰਮਾ ਕਰੋ, ਉੱਥੇ ਇਸ਼ਨਾਨ ਕਰੋ, ਪਰ ਉੱਥੇ ਬਚਨ ਬਲਾਸ ਨਾ ਕਰੋ, ਗੱਲਾਂ ਬਾਤਾਂ ਨਾ ਕਰੋ। ਤੇ ਗੁਰੂ ਕੇ ਸਿੱਖ ਦੱਸਿਆ ਕਰਦੇ ਵੀ ਜਦੋਂ ਪੌੜੀਆਂ ਥੱਲੇ ਉਤਰ ਜਾਈ ਨਾ ਦਰਸ਼ਨੀ ਡਿਊਟੀ ਤੋਂ ਜਾ ਕੇ, ਉਦੋਂ ਕਿਸੇ ਨਾਲ ਬਚਨ ਬਲਾਸ ਨਹੀਂ ਕਰਨਾ। ਆਪਣੇ ਮੂੰਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੰਨੇ ਕਦਮ ਤੁਸੀਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਰੱਖਦੇ ਹੋ, ਸ਼ਹੀਦਾਂ ਸਿੰਘਾਂ ਦੇ ਉੱਥੇ ਸੀਸ ਲੱਗੇ ਹੋਏ ਨੇ, ਉਸ ਸੀਸ ਦੇ ਉੱਪਰ ਤੁਹਾਡਾ ਚਰਨ ਟਿਕਦਾ ਜਾ ਕੇ। ਫਿਰ ਅਸੀਂ ਦੁਨਿਆਵੀ ਗੱਲਾਂ ਕਿਉਂ ਕਰਨੀਆਂ? ਉਹ ਤੇ ਅਸੀਂ ਸਾਰਾ ਦਿਨ ਹੀ ਕਰਦੇ, ਸਾਰੀ ਉਮਰ ਹੀ ਕਰਦੇ ਰਹਿਣਾ। ਪਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਸਥਾਨ 'ਤੇ ਚਲੇ ਗਏ, ਬਚਨ ਬਲਾਸ ਬੰਦ ਕਰ ਦਿਓ, ਆਪਣਾ ਫੋਨ ਬੰਦ ਕਰ ਦਿਓ, ਕੇਵਲ ਤੁਹਾਡੇ ਮੂੰਹ 'ਚੋਂ ਇੱਕੋ ਸ਼ਬਦ ਨਿਕਲੇ, ਵਾਹਿਗੁਰੂ। ਪਰ ਗੁਰਮੁਖੋ, ਸੰਸਾਰੀ ਲੋਕਾਂ ਦੀ ਮੱਤ ਮਾਰੀ ਗਈ ਹੈ ਨਾ। ਲੋਕੀ ਜਾ ਕੇ ਟਿਕਟੌਕ ਦੀਆਂ ਵੀਡੀਓ ਬਣਾਉਂਦੇ ਪਏ, ਗੰਦਾ ਮੰਦਾ ਗਾਣਾ ਲਾ ਕੇ, ਗੀਤ ਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਤੁਰਦੇ, ਤੇ ਉਹ ਵੀਡੀਓ ਨੂੰ ਫਿਰ ਨੈੱਟ 'ਤੇ ਪਾਇਆ ਜਾਂਦਾ।
ਕਿੱਡਾ ਵੱਡਾ ਅਸੀਂ ਪਾਪ ਕਰਦੇ ਪਏ। ਜਿੱਥੇ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਜਿੱਥੇ ਗੁਰੂ ਪਾਤਸ਼ਾਹ ਨੇ ਆਪ 9 ਗੁਰੂ ਸਾਹਿਬਾਂ ਨੇ ਉੱਥੇ ਚਰਨ ਪਾਏ ਨੇ। ਐਡੀ ਪਵਿੱਤਰ ਧਰਤੀ ਤੇ ਲੱਖਾਂ ਵਾਰ ਵੀ ਨਮਸਕਾਰ ਕਰੀਏ ਤੇ ਘੱਟ ਹੈ। ਪਰ ਉੱਥੇ ਜਾ ਕੇ ਜਿਹੜਾ ਬੰਦਾ ਇਹੋ ਜਿਹਾ ਕੁਕਰਮ ਕਰਦਾ, ਉਹ ਕਿੱਥੇ ਇਸ ਦੀ ਦੇਣੀ ਦੇਵੇਗਾ, ਕਿੱਥੇ ਇਸ ਦਾ ਹਿਸਾਬ ਦੇਵੇਗਾ। ਹੁਣ ਕਈਆਂ ਨੂੰ ਉੱਥੇ ਸ਼ਤਰੌਲ ਫਿਰਿਆ, ਮਾਰ ਪਈ ਹੈ ਤੇ ਥੋੜ੍ਹੀ ਜਿਹੀ ਜਾ ਕੇ ਦੁਨੀਆ ਸੁਧਰੀ ਹੈ। ਅਸੀਂ ਇਹ ਨਹੀਂ ਵੇਖਦੇ ਵੀ ਇਹ ਸਥਾਨ ਜਿਹੜਾ ਇਹ ਕਿਸ ਤਰ੍ਹਾਂ ਦਾ ਹੈ, ਇੱਥੇ ਕੀ ਲੈਣ ਆਏ ਆ, ਕਾਹਦੇ ਵਾਸਤੇ ਆਏ ਆ। ਸਾਡੇ ਆਪਣੇ ਪ੍ਰਚਾਰਕਾਂ ਨੇ ਉਹਦੀ ਉਪਮਾ ਨੂੰ ਘੱਟ ਕਰਨ ਦਾ ਯਤਨ ਕੀਤਾ ਤੇ ਦੁਨੀਆ ਨੂੰ ਮੌਕਾ ਮਿਲ ਜਾਂਦਾ। ਰੋਹ ਵਿਚਾਰ ਇਹ ਹੈ, ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਵੇਲੇ ਤੁਹਾਡੇ ਮੁਖ 'ਚੋਂ ਵਾਹਿਗੁਰੂ ਨਿਕਲੇ ਤੇ ਤੁਹਾਡੇ ਨੇਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਸਥਾਨ ਵੱਲ ਹੋਣ। ਇਹਨਾਂ ਨੇਤਰਾਂ ਦੇ ਨਾਲ ਉੱਥੇ ਬੁਰਾ ਨਾ ਤੱਕਿਆ ਜਾਵੇ, ਮਾੜਾ ਨਾ ਕੀਤਾ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਸਮਾਂ ਆਵੇ, ਸਿੱਖ ਨੂੰ ਜਦੋਂ ਵੀ ਸਮਾਂ ਮਿਲੇ, ਗੁਰਮੁਖੋ ਜਿਹੜੇ ਸਿੱਖ ਬਾਹਰ ਰਹਿੰਦੇ ਨਾ ਕੈਨੇਡਾ ਅਮਰੀਕਾ ਦੀ ਧਰਤੀ 'ਤੇ, ਉਹ ਤਰਸਦੇ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ। ਕਦੋਂ ਸਾਡਾ ਇੰਡੀਆ ਨੂੰ ਗੇੜਾ ਲੱਗੇਗਾ, ਅਸੀਂ ਜਾ ਕੇ ਪਵਿੱਤਰ ਸਥਾਨ ਦੇ ਦਰਸ਼ਨ ਕਰਾਂਗੇ। ਉਹ ਦੌੜੇ ਆਉਂਦੇ, ਉਹ ਤਰਸੇ ਪਏ। ਆਪਾਂ ਤਾਂ ਇੱਥੇ ਕੋਲ ਹੀ ਰਹਿੰਦੇ ਹਾਂ ਅਤੇ ਕਈ ਵਾਰੀ ਅਸੀਂ ਅੰਮ੍ਰਿਤਸਰ ਜਾਂਦੇ ਵੀ ਹਾਂ, ਬਾਜ਼ਾਰਾਂ ਵਿੱਚੋਂ ਘੁੰਮ ਕੇ ਇੱਧਰ ਉੱਧਰ ਵੇਖ ਕੇ ਅਤੇ ਘੁੰਮ ਕੇ ਆ ਜਾਈਦਾ, ਪਰ ਉੱਥੇ ਨਮਸਕਾਰ ਕਰਨ ਨਹੀਂ ਗਏ। ਸਤਿਗੁਰੂ ਬਚਨ ਕਰਦੇ ਪਏ, ਕਹਿਣ ਲੱਗੇ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਐਸੀ ਪਵਿੱਤਰ ਹੈ, ਜਿਹੜਾ ਉੱਥੇ ਇਸ਼ਨਾਨ ਕਰੇਗਾ, ਜਿਹੜਾ ਉੱਥੇ ਜਾ ਕੇ ਦਰਸ਼ਨ ਕਰੇਗਾ, ਗੁਰੂ ਦਾ ਭੈ ਰੱਖੇਗਾ, ਉਹਦੇ ਪਤਾ ਨਹੀਂ ਕਿੰਨੇ ਕੁ ਪਾਪ ਨਾਸ ਹੋ ਜਾਣਗੇ। ਔਰ ਇਹ ਕਿਹਾ ਹੀ ਨਹੀਂ ਹੈ, ਇਹ ਹੁੰਦਾ ਵੀ ਹੈ। ਆਪਣੇ ਸਾਹਮਣੇ ਸਾਖੀ ਬੀਬੀ ਰਜਨੀ ਦੇ ਪਤੀ ਦੀ ਹੈ, ਪਾਪ ਕਰਕੇ ਕੋੜਾ ਹੋਇਆ, ਪਰ ਉੱਥੇ ਇਸ਼ਨਾਨ ਕਰਨ ਦੇ ਨਾਲ ਪਾਪ ਖਤਮ ਹੋ ਗਿਆ, ਸਰੀਰ ਤੰਦਰੁਸਤ ਹੋ ਗਿਆ। ਅੱਜ ਵੀ ਉੱਥੇ ਕਈ ਸਰੀਰ ਜਾਂਦੇ ਨੇ ਲੱਤਾਂ ਤੋਂ ਰਿੜ ਕੇ ਗਏ ਤੇ ਬਾਅਦ ਵਿੱਚ ਵੇਖੀਦਾ ਉਹ ਤੁਰ ਕੇ ਬਾਹਰ ਤੁਰੇ ਆਉਂਦੇ, ਲੱਤਾਂ ਦੇ ਚੱਲ ਪਈਆਂ, ਸਰੀਰ ਕੰਮ ਕਰਨ ਲੱਗ ਪਿਆ। ਕਈਆਂ ਦੀਆਂ ਆਉਂਦੀਆਂ ਵੀ ਉਹ ਬੋਲੇ ਸਨ, ਕਈਆਂ ਦੀਆਂ ਆਉਂਦੀਆਂ ਵੀ ਉਹ ਗੂੰਗੇ ਸਨ, ਬੋਲ ਨਹੀਂ ਸਕਦੇ। ਜਦੋਂ ਜਾ ਕੇ ਨਮਸਕਾਰ ਕੀਤੀ ਉੱਥੇ ਸਭ ਕੁਝ ਮਿਲ ਗਿਆ। ਕਿਉਂਕਿ ਜੇ ਕੋਈ ਵਿਅਕਤੀ ਗੂੰਗਾ ਹੈ, ਕੋਈ ਬੋਲਾ ਹੈ, ਕੋਈ ਅਪਾਹਜ ਹੈ, ਉਹ ਉਹਦੇ ਪਾਪ ਕਰਮ ਦੀ ਨਿਸ਼ਾਨੀ ਹੈ, ਕੋਈ ਪਾਪ ਇਹੋ ਜਿਹਾ ਹੋਇਆ। ਭਗਵਾਨ ਕ੍ਰਿਸ਼ਨ ਨੇ ਕਿਹਾ ਸੀ ਨਾ ਰਾਜੇ ਨੂੰ ਕਿ ਰਾਜਿਆ ਤੇਰੀਆਂ ਅੱਖਾਂ ਅੰਨੀਆਂ ਤਾਂ ਨੇ, ਤੂੰ ਪਿਛਲੇ ਜਨਮਾਂ ਵਿੱਚ ਪਾਪ ਕੀਤਾ ਹੈ, ਕਿਸੇ ਜੀਵ ਦੀਆਂ ਤੂੰ ਅੱਖਾਂ ਕੱਢੀਆਂ ਤੇ ਅੰਨਾ ਤੂੰ ਤਾਂ ਹੋਇਆ। ਜੇ ਕੋਈ ਅੰਨਾ ਹੈ, ਕੋਈ ਗੂੰਗਾ ਹੈ, ਕੋਈ ਬੋਲਾ ਹੈ, ਕੋਈ ਅਪਾਹਜ ਹੈ, ਉਹਦੇ ਪਾਪ ਕਰਮ ਕਰਕੇ ਉਹਨੂੰ ਸਜ਼ਾ ਮਿਲੀ ਹੈ। ਪਰ ਜੇ ਜਾ ਕੇ ਉੱਥੇ ਨੇਤਰ ਮਿਲ ਜਾਣ, ਕੰਨ ਮਿਲ ਜਾਣ, ਜ਼ੁਬਾਨ ਮਿਲ ਜਾਵੇ, ਲੱਤਾਂ ਪੈਰ ਸਹੀ ਸਲਾਮਤ ਮਿਲ ਜਾਣ, ਇਹਦਾ ਮਤਲਬ ਇਹ ਹੈ ਵੀ ਉੱਥੇ ਜਾ ਕੇ ਪਾਪ ਕੱਟਿਆ ਗਿਆ ਤੇ ਉਹ ਪਾਪ ਖਤਮ ਹੋ ਗਿਆ ਤੇ ਸਰੀਰ ਚੱਲ ਪਿਆ। ਐਸੀ ਉਹ ਮੁਕੱਦਸ ਪਵਿੱਤਰ ਧਰਤੀ ਹੈ। ਉੱਥੇ ਜਾ ਕੇ ਜਦੋਂ ਨਮਸਕਾਰ ਕਰਨੀ ਹੈ, ਇਸ਼ਨਾਨ ਜ਼ਰੂਰ ਕਰਿਆ ਕਰ ਅਤੇ ਆਪਣੇ ਮੁਖ ਤੋਂ ਵਾਹਿਗੁਰੂ 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 ਦਾ ਜਾਪ ਕਰਿਆ ਕਰ, ਜਿੰਨਾ ਸਮਾਂ ਤੂੰ ਹਰਿਮੰਦਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਦਾ ਹੈ। ਤਉ ਭੀ ਜਥਾਵਤ ਸਿੱਖਿਅਨ ਕੇ ਸਮ ਕੋ ਉਪਚਾਰ ਤੇ ਹੋਣ ਨਾ ਪਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਾਂ ਵੀ ਅਸਲੀ ਤੌਰ 'ਤੇ ਜਿਹੜੇ ਸਿੱਖ ਹਨ ਉਹਨਾਂ ਦੀ ਮਦਦ ਕਰੇ। ਇਹ ਅਗਲਾ ਬਚਨ ਹੈ ਵੀ ਸਿੱਖ ਦਾ ਕੰਮ ਕੀ ਹੈ, ਵੀ ਦੂਸਰੇ ਸਿੱਖ ਦੀ ਮਦਦ ਕਰਨਾ ਕਰੇ। ਦੀਹ ਕਲੰਕਤ ਹੋਵੇ ਸਰੀਤ ਜਥਾ ਫੁੱਟ ਬਾਸਨ ਪਾਜ ਲਗਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਕੋਈ ਵਿਅਕਤੀ ਪਾਪ ਕਰਦਾ ਹੈ, ਪਰਾਏ ਸਰੀਰ ਦਾ ਗਮਨ ਕਰਦਾ, ਭੋਗ ਕਰਦਾ ਹੈ, ਉਹਨੂੰ ਵੱਡਾ ਕਲੰਕ ਲੱਗ ਜਾਂਦਾ ਹੈ। ਕਿਸ ਤਰ੍ਹਾਂ ਦਾ ਕਲੰਕ? ਜਿਵੇਂ ਕੋਈ ਭਾਂਡਾ ਟੁੱਟ ਜਾਵੇ ਤੇ ਉਹਦੇ ਵਿੱਚੋਂ ਵਸਤੂ ਡੁੱਲ ਜਾਂਦੀ ਹੈ, ਸਮਝ ਲਾ ਵੀ ਤੇਰਾ ਜਾਪ ਤਾਪ ਤੇਰੀ ਬੰਦਗੀ ਅੱਜ ਟੁੱਟ ਗਈ ਹੈ, ਐਸੇ ਹੀ ਤੈਨੂੰ ਸਜ਼ਾ ਮਿਲੀ ਹੈ। ਦਾਗ ਨਾ ਜਾਤ ਦਿਖਾਈ ਸੋ ਦੇਤ ਪਰੰਤੁ ਸੋ ਬਾਸਨ ਕਾਜ ਹੀ ਆਵੇ। ਮੰਨ ਲਓ ਜੇ ਕੋਈ ਗਲਤੀ ਹੋ ਜਾਂਦੀ ਹੈ ਨਾ ਤੇ ਆਪਾਂ ਉਹਦੀ ਭੁੱਲ ਬਖਸ਼ਾ ਲੈਂਦੇ ਹਾਂ, ਤੇ ਮਹਾਰਾਜ ਕਹਿਣ ਲੱਗੇ ਉਹ ਭੁੱਲ ਬਖਸ਼ਾਉਣੀ ਇਸ ਤਰ੍ਹਾਂ ਹੈ ਜਿਵੇਂ ਭਾਂਡਾ ਟੁੱਟ ਜਾਵੇ ਤੇ ਆਪਾਂ ਉਸ ਨੂੰ ਲੁਹਾਰ ਕੋਲ ਲੈ ਕੇ ਜਾਈਏ ਵੀ ਆ ਭਾਈ ਸਾਡਾ ਭਾਂਡਾ ਟੁੱਟ ਗਿਆ, ਇਹਨੂੰ ਜੋੜ ਦੇ। ਕਹਿਣ ਲੱਗੇ ਲੁਹਾਰ ਭਾਂਡਾ ਤੇ ਜੋੜ ਦੇਵੇਗਾ। ਪਹਿਲਿਆਂ ਸਮਿਆਂ ਵਿੱਚ ਆਉਂਦੇ ਸਨ ਉਹ ਵਣਜਾਰੇ ਵਗੈਰਾ ਭਾਂਡੇ ਬਣਾਉਣ ਵਾਲੇ, ਉਹ ਭਾਂਡਾ ਤੇ ਜੋੜ ਦੇਵੇਗਾ ਪਰ ਵਿੱਚ ਨਿਸ਼ਾਨ ਪੈ ਜਾਏਗਾ, ਪਤਾ ਲੱਗੇਗਾ ਵੀ ਇੱਥੋਂ ਟੁੱਟਿਆ ਸੀ ਤੇ ਦੁਬਾਰਾ ਜੁੜਿਆ।
ਰੱਸਾ ਨਵਾਂ ਲੈ ਕੇ ਆਂਦਾ, ਖਿੱਚ ਕੇ ਤੋੜ ਲਿਆ, ਟੁੱਟੇ ਹੋਏ ਰੱਸੇ ਨੂੰ ਜੋੜ ਤੇ ਲਵਾਂਗੇ, ਗੰਢ ਪਾ ਲਵਾਂਗੇ, ਪਰ ਪਤਾ ਲੱਗੇਗਾ ਵੀ ਟੁੱਟੇ ਨੂੰ ਜੋੜਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਆਪਣੇ ਸਰੀਰ ਦੇ ਨਾਲ ਕੁਕਰਮ ਕਰੇਗਾ, ਉਹ ਕੁਕਰਮ ਕਰਕੇ ਟੁੱਟੇ ਭਾਂਡੇ ਵਰਗਾ ਜੀਵਨ ਹੈ, ਉਹ ਤਰੇੜ ਵਿੱਚੋਂ ਦਿਸਦੀ ਰਹਿਣੀ ਹੈ, ਉਹ ਨਿਸ਼ਾਨੀ ਦਿਸਦੀ ਰਹਿਣੀ ਹੈ ਵੀ ਟੁੱਟ ਕੇ ਜੁੜਿਆ ਹੈ। ਜੇ ਮਨੁੱਖਾ ਸਰੀਰ ਪਾ ਕੇ ਪਾਪ ਕਰੇਗਾ ਤੇ ਉਹ ਦਿਸੇਗਾ ਵੀ ਇਹ ਟੁੱਟਾ ਹੋਇਆ ਰੱਸਾ ਜੁੜਿਆ ਹੈ। ਇਸ ਕਰਕੇ ਗੁਰੂ ਕਿਹਾ, ਸਿੱਖਾ ਪਾਪ ਨਾ ਕਰਨਾ ਕਰ। ਯਾਹੀ ਤੇ ਜਾਨ ਕਲੰਕ ਅਮੇਟ, ਨਿਸ਼ੰਕ ਹੋਵੇ ਕੈ ਸੁਰ ਮੈਂ ਨਹਿ ਤਾਹੀ। ਇਸ ਕਰਕੇ ਵੱਡਾ ਕਲੰਕ ਜਾਣ ਕੇ ਵੀ ਇਹਦੇ ਵਰਗਾ ਪਾਪ ਕੋਈ ਨਹੀਂ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਦਾ ਕਰਮ ਨਾ ਕਰੇ। ਕੁਕਰਮ ਕਰਨ ਵਾਲਾ, ਕਾਮ ਬਿਰਤੀ ਵਾਲਾ, ਵਕਾਰੀ ਕਰਮ ਨੂੰ ਨਾ ਕਰਨਾ ਕਰੇ। ਇਹ ਕਰਮ ਕਦੇ ਮਿਟਦਾ ਨਹੀਂ ਹੈ, ਮਿਟੇਗਾ ਨਹੀਂ, ਇਹਦੀ ਸਜ਼ਾ ਮਿਲੇਗੀ। ਹੇ ਕਾਮੰਗ ਨਰਕ ਬਿਸਰਾਮੰਗ, ਬਹੁ ਜੋਨੀ ਪ੍ਰਮਾਵਨੈ ਚਿਤ ਹਰਣੰ, ਤ੍ਰੈ ਲੋਕ ਗਮਯੰਗ ਜਪ ਤਪ ਸੀਲ ਬਦਾਰਨੈ। ਇਹ ਮਹਾਰਾਜ ਦੇ ਬਚਨ ਨੇ। ਜਪ ਤਪ ਬੰਦਗੀ ਸਿਮਰਨ ਪੂਜਾ ਪਾਠ ਨਿਤਨੇਮ ਅੰਮ੍ਰਿਤ ਵੇਲਾ ਸਭ ਕੁਝ ਤੇਰਾ ਖਤਮ ਹੋ ਜਾਏਗਾ ਜੇ ਤੂੰ ਐਸਾ ਕਰਮ ਕਰਦਾ ਹੈ। ਔਰ ਸਵੈ ਰਹਿਤਾਂ ਦ੍ਰਿੜ ਰੱਖੋ, ਧੀਰਜ ਤਾਰ ਕੈ ਤਿਆਗੋ ਨਾਹੀ। ਮਹਾਰਾਜ ਨੇ ਹੋਰ ਸਾਰੀਆਂ ਮਰਿਆਦਾਵਾਂ ਜਿਹੜੀਆਂ ਸਨ, ਜਿਹੜੀ ਮਰਿਆਦਾ ਰੱਖਣੀ ਹੈ, ਰਹਿਤ ਰੱਖਣੀ ਹੈ, ਸਾਰੀ ਦ੍ਰਿੜ ਕਰਵਾਈ। ਇਕੱਲਾ ਅੰਮ੍ਰਿਤ ਨਹੀਂ ਛਕਾਇਆ। ਆਪਾਂ ਢਾਡੀ ਸਿੰਘਾਂ ਕੋਲੋਂ, ਕਵੀਸ਼ਰ ਸਿੰਘਾਂ ਕੋਲੋਂ ਇਤਿਹਾਸ ਸਰਵਨ ਕਰਦੇ ਹਾਂ ਵੀ ਮਹਾਰਾਜ ਨੇ ਵਿਸਾਖੀ ਤੇ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਪੰਜਾਂ ਸਿੰਘਾਂ ਦੀ ਸੀਸ ਦੀ ਮੰਗ ਕੀਤੀ, ਪਰ ਗੁਰਮੁਖੋ ਕੱਲਾ ਅੰਮ੍ਰਿਤ ਹੀ ਨਹੀਂ ਛਕਾਇਆ, ਕੱਲੇ ਸੀਸ ਦੀ ਮੰਗ ਨਹੀਂ ਕੀਤੀ ਹੈ। ਉੱਥੇ ਮਹਾਰਾਜ ਨੇ ਪੂਰੀ ਮਰਿਆਦਾ ਦੱਸੀ ਹੈ ਵੀ ਇਹ ਤੁਹਾਡਾ ਜੀਵਨ ਹੋਣਾ ਚਾਹੀਦਾ, ਜੀਵਨ ਤੇ ਜਾ ਕੇ ਨਵੇੜਾ ਹੋਣਾ ਹੈ। ਇਹ ਬਚਨ ਮਹਾਰਾਜ ਜੀ ਸਮਝਾਉਂਦੇ ਹਨ। ਤੇ ਨਾਲ ਹੀ ਬਚਨ ਕੀਤਾ ਵੀ ਕਦੇ ਧੀਰਜ ਨਹੀਂ ਛੱਡਣਾ। ਧੀਰਜ ਤੋਂ ਭਾਵ ਇਹ ਆ ਵੀ ਕਦੇ ਹੌਸਲਾ ਨਹੀਂ ਛੱਡਣਾ। ਕੋਈ ਮਾੜੀ ਮੋਟੀ ਬਿਪਤਾ ਆ ਜਾਵੇ, ਹੁਣ ਆਪਾਂ ਪਰਿਵਾਰ ਵਿੱਚ ਰਹਿੰਦੇ ਹਾਂ, ਸੰਸਾਰ ਵਿੱਚ ਰਹਿੰਦੇ ਹਾਂ, ਕਦੇ ਘਾਟਾ ਪੈ ਗਿਆ, ਕਦੇ ਵਾਧਾ ਹੋ ਗਿਆ, ਇਹ ਨਾ ਹੋਵੇ ਧੀਰਜ ਛੱਡ ਦੇਵੇ ਤੇ ਅਸਲੋਂ ਕਾਇਰ ਹੀ ਬਣ ਜਾਵੇ ਤੇ ਆਪਣੇ ਆਪ ਨੂੰ ਆਪੇ ਮਾਰ ਲਵੇ। ਨਹੀਂ, ਧੀਰਜ ਨਹੀਂ ਛੱਡਣਾ, ਸਮ ਬਿਰਤੀ ਰੱਖਣੀ ਹੈ। ਐਸਾ ਸਿੱਖ ਹੋਣਾ ਚਾਹੀਦਾ ਹੈ। ਜੋ ਜਗ ਝੂਠ ਸੋ ਧਰਮ ਵਿਨਾਸ਼ਕ, ਨਾ ਸ਼ੁਭ ਵੋ ਕਰੀਏ ਵਿਦ ਕਾਹੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਗਤ ਝੂਠ ਕੀ ਹੈ? ਤਮਾਕੂ। ਤਮਾਕੂ ਨੂੰ ਜਗਤ ਝੂਠ ਆਖਿਆ। ਕਹਿਣ ਲੱਗੇ ਵੀ ਇਹਦਾ ਕਦੇ ਛੂਹਣਾ ਵੀ ਨਹੀਂ, ਖਾਣਾ ਦੂਰ ਦੀ ਗੱਲ ਹੈ, ਕਦੇ ਇਹਨੂੰ ਹੱਥ ਤੱਕ ਵੀ ਨਹੀਂ ਲਾਉਣਾ। ਜਗਤ ਝੂਠ ਤਮਾਕੂ ਨੂੰ, ਐਡੀ ਵੱਡੀ ਇਹ ਭਾਰੀ ਵੱਡੀ ਪਾਪ ਹੈ। ਤੇ ਗੁਰਮੁਖੋ ਛੂਹਣਾ, ਆਪਾਂ ਤੇ ਤਮਾਕੂ ਵਾਲੇ ਹੱਥਾਂ ਦਾ ਭੋਜਨ ਖਾਂਦੇ ਆ। ਮਹਾਰਾਜ ਨੇ ਆਖਿਆ ਛੂਹਣਾ ਨਹੀਂ। ਜਿਹੜਾ ਬੰਦਾ ਤਮਾਕੂ ਖਾਂਦਾ ਹੈ ਨਾ, ਮਹਾਰਾਜ ਦਾ ਬਚਨ ਇਹ ਹੈ ਵੀ ਜੇ ਉਹਦੇ ਹੱਥੋਂ ਲੈ ਕੇ ਪਾਣੀ ਦਾ ਗਲਾਸ ਪੀ ਲਈਏ, ਉਹ ਪਾਣੀ ਇੰਨਾ ਪਾਪੀ ਹੋ ਜਾਂਦਾ, ਮੰਨ ਲਾ ਵੀ ਤੂੰ ਸ਼ਰਾਬ ਦਾ ਗਲਾਸ ਪੀ ਲਿਆ। ਤਮਾਕੂ ਵਾਲਾ ਬੰਦਾ, ਤਮਾਕੂ ਖਾਣ ਵਾਲਾ, ਬੀੜੀ ਸਿਗਰਟ ਪੀਣ ਵਾਲਾ, ਉਹਦੇ ਹੱਥੋਂ ਜੇ ਗਲਾਸ ਪਾਣੀ ਦਾ ਲੈ ਕੇ ਵੀ ਪੀਂਦਾ ਤੇ ਤੇਰੇ ਵਾਸਤੇ ਉਹ ਸ਼ਰਾਬ ਦੇ ਪਾਪ ਵਰਗਾ ਪਾਪ ਹੈ। ਤੇ ਗੁਰਮੁਖੋ ਅੱਜ ਤੇ ਆਪਾਂ ਸਾਰਾ ਕੁਝ ਹੀ ਕਰਦੇ। ਬਾਜ਼ਾਰ ਵਿੱਚ ਵੀ ਆਪਾਂ ਜਾ ਕੇ ਤਲਿਆ ਭੋਜਨ ਛਕਦੇ ਹਾਂ, ਲੈਂਦੇ ਹਾਂ। ਹੁਣ ਤੁਸੀਂ ਮਾਰਕੀਟ ਵਿੱਚ ਜਾਓ, ਸਾਰੀਆਂ ਰੇਹੜੀਆਂ, ਸਾਰੀਆਂ ਦੁਕਾਨਾਂ ਖਾਣ ਪੀਣ ਵਾਲੀਆਂ ਭਰੀਆਂ, ਉਹ ਤੰਬਾਕੂ ਖਾਣ ਵਾਲੇ, ਸਾਰਾ ਭੋਜਨ ਬਣਾਉਂਦੇ ਖਾਣ ਵਾਲਾ, ਉਹ ਖਾਂਦੇ ਨੇ। ਜਦੋਂ ਅਸੀਂ ਵਿਆਹ ਸ਼ਾਦੀ ਰੱਖਦੇ ਹਾਂ, ਉਹ ਬਣਾਉਣ ਵਾਲੇ ਵਰਤਾਉਣ ਵਾਲੇ ਉਹ ਵੀ ਖਾਂਦੇ। ਜੇ ਅਸੀਂ ਕਿਸੇ ਪੈਲਸ ਵਿੱਚ ਚਲੇ ਜਾਂਦੇ ਹਾਂ ਵਿਆਹ 'ਤੇ, ਉੱਥੇ ਵੀ ਉਹ ਸਾਰੇ ਖਾਣ ਵਾਲੇ, ਤੰਬਾਕੂ ਵਰਤਣ ਵਾਲੇ। ਸਾਡਾ ਜਿਹੜਾ ਭੋਜਨ ਹੈ, ਮਹਾਰਾਜ ਨੇ ਆਖਿਆ ਤੰਬਾਕੂ ਨੂੰ ਛੂਹਣਾ ਤੱਕ ਨਹੀਂ, ਤੇ ਅਸੀਂ ਤੇ ਤੰਬਾਕੂ ਵਾਲੇ ਹੱਥ ਦਾ ਭੋਜਨ ਖਾਂਦੇ ਹਾਂ। ਫਿਰ ਸਾਡਾ ਧਰਮ ਕਿੱਥੇ ਰਹਿ ਗਿਆ? ਧਰਮ ਨਹੀਂ ਰਹਿ ਗਿਆ, ਭ੍ਰਿਸ਼ਟ ਕਰ ਲਿਆ। ਮਹਾਰਾਜ ਕਹਿਣ ਲੱਗੇ, ਕਦੇ ਵੀ ਤੰਬਾਕੂ ਵਾਲੇ ਹੱਥ ਦਾ ਭੋਜਨ ਨਹੀਂ ਖਾਣਾ, ਕਦੇ ਵਰਤਣਾ ਨਹੀਂ। ਜੇ ਵਰਤ ਲਿਆ, ਇਹ ਪਾਪ ਕਦੇ ਮਿਟੇਗਾ ਨਹੀਂ, ਇਹ ਕਦੇ ਨਹੀਂ ਮਿਟਦਾ ਪਾਪ, ਇਹਦੀ ਸਜ਼ਾ ਮਿਲਦੀ ਹੀ ਮਿਲਦੀ ਹੈ। ਸਭ ਤੋਂ ਵੱਡਾ ਜੇ ਪਾਪ ਹੈ, ਉਹ ਜਗਤ ਝੂਠ ਤੰਬਾਕੂ ਦਾ। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ, ਇੱਕ ਜਮਦਗਨੀ ਨਾਮ ਦਾ ਰਿਖੀ ਹੋਇਆ। ਹਿੰਦੂ ਧਾਰਮਿਕ ਗ੍ਰੰਥ ਸ਼ਾਸਤਰ ਇਹ ਗੱਲ ਕਹਿੰਦਾ ਵੀ ਇੱਕ ਜਮਦਗਨੀ ਨਾਮ ਦਾ ਰਿਖੀ ਹੋਇਆ। ਉਹਨੇ ਆਪਣੇ ਮੰਤਰ ਪੜ੍ਹ ਕੇ, ਮੰਤਰ ਸਿੱਧ ਕੀਤੇ ਸਨ, ਤੇ ਸਵਰਗਾਂ ਦੇ ਵਿੱਚੋਂ ਇੱਕ ਗਊ ਉਹਨੇ ਬੁਲਾਈ ਸੀ, ਜਿਸ ਦਾ ਨਾਮ ਸੀ ਕਾਮਧੇਨ ਗਊ। ਗਊ ਬੁਲਾਈ ਕਾਹਦੇ ਵਾਸਤੇ? ਕਿ ਮੇਰਾ ਇੱਕ ਰਿਸ਼ਤੇਦਾਰ, ਮੇਰਾ ਇੱਕ ਸਾਂਢੂ ਆ ਰਿਹਾ ਫੌਜ ਲੈ ਕੇ, ਮੈਂ ਉਹਨੂੰ ਭੋਜਨ ਖਵਾਉਣਾ ਹੈ।
ਤੇ ਜਦੋਂ ਉਹ ਰਾਜਾ ਆਇਆ ਨਾ, ਉਹਦਾ ਨਾਮ ਸੀ ਸਹੰਸਰ ਬਾਹੂ। ਇਤਿਹਾਸ ਵਿੱਚ ਬਚਨ ਆਉਂਦਾ ਵੀ ਸਹੰਸਰ ਬਾਹੂ ਉਹਦਾ ਨਾਮ ਹੈ। ਉਹ ਗਾਂ ਨੂੰ ਵੇਖ ਕੇ ਉਹਦੇ ਮਨ ਵਿੱਚ ਲਾਲਚ ਆ ਗਿਆ ਵੀ ਮੇਰੇ ਕੋਲ ਐਡੀ ਵੱਡੀ ਫੌਜ ਹੈ, ਇੰਨੇ ਮੈਨੂੰ ਬਾਵਰਚੀ ਰੱਖਣੇ ਪੈਂਦੇ, ਰਸੋਈਏ ਰੱਖਣੇ ਪੈਂਦੇ, ਬਣਾਉਣ ਵਾਲੇ, ਵਰਤਾਉਣ ਵਾਲੇ, ਲੈ ਕੇ ਆਉਣ ਵਾਲੇ। ਕਿਉਂ ਨਾ ਹੋਵੇ ਮੈਂ ਆ ਗਊ ਤੇ ਗਾਂ ਤੇ ਹੀ ਕਬਜ਼ਾ ਕਰ ਲਵਾਂ, ਮੈਨੂੰ ਬਣਾਉਣਾ ਹੀ ਨਾ ਪਵੇ, ਨਾ ਬਾਵਰਚੀ ਰੱਖਣੇ ਪੈਣ, ਨਾ ਰਸਤ ਰੱਖਣੀ ਪਵੇ, ਨਾ ਬਣਾਉਣੀ ਪਵੇ, ਨਾ ਵਰਤਾਉਣੀ ਪਵੇ। ਮੈਂ ਇਸ ਗਊ ਨੂੰ ਕਹਾਂਗਾ ਵੀ ਲਿਆ ਆਹ ਪਦਾਰਥ ਦੇ, ਇਹਨੇ ਦੇ ਦੇਣਾ ਕਰਨਾ, ਮੈਨੂੰ ਲੋੜ ਨਹੀਂ ਪੈਣੀ ਹੈ। ਕਿਉਂਕਿ ਮਨੁੱਖ ਨੂੰ ਆਪਣਾ ਲਾਲਚ ਹੁੰਦਾ ਵੀ ਮੇਰਾ ਉੱਲੂ ਸਿੱਧਾ ਰਹਿਣਾ ਚਾਹੀਦਾ। ਤੇ ਉਸਨੇ ਨਾਲ ਇਹ ਵੀ ਸੋਚਿਆ ਵੀ ਇਹ ਮੇਰਾ ਰਿਸ਼ਤੇਦਾਰ ਹੈ, ਮੈਨੂੰ ਨਾ ਥੋੜ੍ਹੀ ਕਰੇਗਾ। ਉਹਨੇ ਮੰਗ ਹੀ ਲਿਆ, ਆਪਣੇ ਸਾਧੂ ਨੂੰ ਕਹਿਣ ਲੱਗਾ ਵੀ ਆਹ ਗਾਂ ਮੈਨੂੰ ਦੇ ਦੇ। ਉਹਨੇ ਆਖਿਆ ਨਹੀਂ, ਇਹ ਤੇ ਦੇਵਤਿਆਂ ਦੀ ਵਸਤੂ ਹੈ, ਮੈਂ ਤੇ ਉਧਾਰੀ ਮੰਗੀ ਹੈ, ਉਧਾਰੀ ਮੰਗੀ ਹੋਈ ਚੀਜ਼ ਮੈਂ ਤੈਨੂੰ ਕਿਵੇਂ ਦੇ ਦਿਆਂ। ਜੇ ਤੇ ਮੇਰੀ ਆਪਣੀ ਨਿੱਜੀ ਪ੍ਰਾਪਰਟੀ ਹੋਵੇ ਤੇ ਮੈਂ ਕਹਾਂ ਵੀ ਚੱਲ ਕੋਈ ਗੱਲ ਨਹੀਂ ਰਿਸ਼ਤੇਦਾਰਾ ਤੂੰ ਲੈ ਜਾ, ਪਰ ਮੈਂ ਤੇ ਆਪ ਮੰਗੀ ਬੈਠਾ, ਮੰਗਵੀਂ ਚੀਜ਼ ਮੈਂ ਤੈਨੂੰ ਗਾਂ ਦੇ ਨਹੀਂ ਸਕਦਾ। ਜਦੋਂ ਰਾਜੇ ਨੇ ਵੇਖਿਆ ਵੀ ਇਹ ਰਿਖੀ ਤੇ ਮੰਨਿਆ ਨਹੀਂ, ਉਹਨੇ ਆਖਿਆ ਵੀ ਨਹੀਂ ਮੰਨਿਆ ਤੇ ਮੇਰਾ ਕੀ ਹੈ, ਮੈਂ ਰਾਜਾ, ਵੱਡੇ ਬੰਦੇ ਨੂੰ ਮਾਣ ਹੁੰਦਾ ਵੀ ਮੇਰੇ ਕੋਲ ਤਾਕਤ ਹੈ, ਕੱਲ੍ਹ ਨੂੰ ਨਹੀਂ ਵਰਤੇਗਾ, ਨਹੀਂ ਬੁਲਾਵੇਗਾ ਤੇ ਮੈਂ ਇਹਦੇ ਕੋਲੋਂ ਕੀ ਲੈਣਾ। ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਧੱਕੇ ਨਾਲ ਹੀ ਖੋਲ੍ਹ ਲਓ ਗਾਂ ਤੇ ਆਪਣੇ ਕਬਜ਼ੇ 'ਚ ਲੈ ਲਓ। ਜਦੋਂ ਇਹ ਬਚਨ ਕੀਤਾ ਤੇ ਰਿਖੀ ਨੇ ਸੋਚਿਆ ਵੀ ਮੈਂ, ਇਹ ਬੰਦਾ ਸ਼ਕਤੀਸ਼ਾਲੀ ਹੈ, ਇਹਦੇ ਕੋਲ ਫੌਜ ਹੈ, ਹਥਿਆਰ ਹੈ, ਮੈਂ ਇਕੱਲਾ ਜੰਗਲ ਵਿੱਚ ਰਹਿਣ ਵਾਲਾ ਸਾਧੂ। ਉਹਨੇ ਫਿਰ ਮੰਤਰ ਪੜ੍ਹ ਕੇ ਉਸ ਗਊ ਨੂੰ ਯਾਦ ਕੀਤਾ ਵੀ ਤੂੰ ਜਿੱਧਰੋਂ ਆਈ ਹੈ ਉੱਧਰ ਨੂੰ ਜਾ, ਮੈਂ ਹੁਣ ਤੇਰੀ ਰੱਖਿਆ ਨਹੀਂ ਕਰ ਸਕਦਾ, ਔਰ ਮੈਂ ਤੇਰੇ ਤੋਂ ਹੁਣ ਕੋਈ ਕੰਮ ਨਹੀਂ ਲੈਣਾ ਚਾਹੁੰਦਾ, ਤੂੰ ਆਪਣੇ ਦੇਸ਼ ਨੂੰ, ਸਵਰਗਾਂ ਨੂੰ ਚਲੇ ਜਾ। ਹਿੰਦੂ ਧਾਰਮਿਕ ਗ੍ਰੰਥ, ਹਿੰਦੂ ਧਾਰਮਿਕ ਸ਼ਾਸਤਰ ਇਹ ਗੱਲ ਕਹਿੰਦਾ ਵੀ ਜਦੋਂ ਉਹ ਗਊ ਉੱਡੀ ਨਾ ਆਕਾਸ਼ ਵੱਲ ਨੂੰ ਜਾਣ ਵਾਸਤੇ ਚੱਲੀ, ਤੇ ਉਸ ਰਾਜੇ ਨੇ ਤੀਰ ਮਾਰਿਆ ਥੱਲੇ ਖਲੋਤੇ ਨੇ। ਉਹ ਤੀਰ ਜਾ ਕੇ ਉਹਦੇ ਖੁਰ ਦੇ ਵਿੱਚ ਵੱਜਾ, ਪੈਰ ਦੇ ਵਿੱਚ ਵੱਜਾ ਤੀਰ, ਜਾਂਦੀ ਹੋਈ ਗਊ ਦੇ। ਜਦੋਂ ਪੈਰ ਵਿੱਚ ਤੀਰ ਵੱਜਾ ਤੇ ਉੱਥੋਂ ਲਹੂ ਨਿਕਲਿਆ, ਖੂਨ ਨਿਕਲਿਆ। ਉਹ ਖੂਨ ਜਦੋਂ ਧਰਤੀ 'ਤੇ ਡਿੱਗਾ ਆ ਗਏ ਤੇ ਕਹਿਣ ਲੱਗੇ ਉਸ ਦੀਆਂ ਬੂੰਦਾਂ ਡਿੱਗਣ ਦੇ ਨਾਲ ਉੱਥੋਂ ਤੰਬਾਕੂ ਦੀ ਪੈਦਾਇਸ਼ ਹੋਈ, ਤੰਬਾਕੂ ਉੱਥੋਂ ਪੈਦਾ ਹੋਇਆ। ਤੇ ਹਿੰਦੂ ਲੋਕ ਤੇ ਕਹਿੰਦੇ ਗਊ ਨੂੰ ਮਾਂ ਨੇ, ਤੇ ਮਾਂ ਦੇ ਡਿੱਗੇ ਖੂਨ ਤੋਂ ਨਿਕਲਿਆ ਤੰਬਾਕੂ, ਤੇ ਸਭ ਤੋਂ ਵੱਧ ਤੰਬਾਕੂ ਖਾਂਦਾ ਹੀ ਹਿੰਦੂ ਹੈ। ਆਪਣੀ ਮਾਂ ਦਾ ਖੂਨ ਆਪੇ ਪੀਂਦੇ ਪਏ, ਖਾਂਦੇ ਪਏ, ਕਿੱਡਾ ਵੱਡਾ ਪਾਪ ਹੈ। ਸ਼ਾਸਤਰਾਂ ਦੇ ਵਿੱਚ, ਵੇਦਾਂ ਦੇ ਵਿੱਚ ਤੰਬਾਕੂ ਨੂੰ ਬੜਾ ਮਾੜਾ ਲਿਖਿਆ ਹੈ, ਔਰ ਇਹਦਾ ਪਰਹੇਜ਼ ਵੀ ਲਿਖਿਆ, ਬਿਲਕੁਲ ਇਹ ਤੋਂ ਦੂਰ ਰਹਿਣਾ। ਪਰ ਹਿੰਦੂ ਲੋਕ ਵੀ ਆ ਜਿੰਨੇ ਆਪਣੇ ਪੰਜਾਬ ਦੇ ਵਿੱਚ ਕੰਮ ਕਰਦੇ ਆ, ਮਜ਼ਦੂਰ ਲੋਕ ਆ, ਦੁਕਾਨਾਂ 'ਤੇ ਕੰਮ ਕਰਨ ਵਾਲੇ, ਸਾਰੇ ਬਹੁਤਾਤ ਹਿੰਦੂ ਨੇ, ਤੇ ਸਾਰੇ ਤੰਬਾਕੂ ਖਾਂਦੇ, ਸਾਰੇ ਬੀੜੀਆਂ ਪੀਂਦੇ, ਕੋਈ ਨਹੀਂ ਬਚਿਆ ਇਹਨਾਂ ਵਿੱਚ। ਆਪਾਂ ਇਹ ਕਹਿ ਸਕਦੇ ਹਾਂ ਵੀ ਮਾਂ ਜਿਹਨੂੰ ਆਖਿਆ ਉਹਦਾ ਖੂਨ ਹੀ ਪੀਂਦੇ ਪਏ, ਕਿਉਂਕਿ ਉਹਦੇ ਖੂਨ ਤੋਂ ਇਹ ਪੈਦਾ ਹੋਇਆ। ਇਹ ਇੱਕ ਹਵਾਲਾ ਹੈ ਧਾਰਮਿਕ ਗ੍ਰੰਥ ਦਾ, ਹਿੰਦੂ ਧਾਰਮਿਕ ਗ੍ਰੰਥ ਇਹ ਜ਼ਿਕਰ ਕਰਦਾ। 10ਵੇਂ ਪਾਤਸ਼ਾਹ ਨੇ ਮਨਾਹੀ ਕੀਤੀ ਹੈ ਤੰਬਾਕੂ ਨਹੀਂ ਖਾਣਾ, ਜਗਤ ਝੂਠ ਲਿਖਿਆ ਤੰਬਾਕੂ ਨੂੰ। ਇੱਕ ਪਾਸੇ ਸਾਰੇ ਸੰਸਾਰ ਦੀ ਗੰਦਗੀ ਖਾ ਲਵੋ, ਸਾਰੇ ਸੰਸਾਰ ਦਾ ਗੰਦ ਖਾਣਾ, ਲੋਕਾਂ ਦੀ ਝੂਠ ਖਾਣੀ, ਵਿਸ਼ਟਾ ਖਾਣੀ, ਗੰਦਗੀ ਖਾਣੀ। ਇੱਕ ਪਾਸੇ ਸਾਰੀ ਗੰਦਗੀ ਖਾ ਲਵੋ ਸਾਰੇ ਸੰਸਾਰ ਦੀ, ਇੱਕ ਪਾਸੇ ਤੰਬਾਕੂ ਖਾ ਲਵੋ, ਬਰਾਬਰ ਹੀ ਹੈ। ਐਡਾ ਵੱਡਾ ਪਾਪ ਲਿਖਿਆ। ਤੇ ਗੁਰਮੁਖੋ ਅਸੀਂ ਖਾਣ ਪੀਣ 'ਤੇ ਕੰਟਰੋਲ ਨਹੀਂ ਕਰਦੇ, ਸਾਡੀ ਜ਼ੁਬਾਨ 'ਤੇ ਬੜੀ ਛੇਤੀ ਲਾਲਾਂ ਆ ਜਾਂਦੀਆਂ ਵੀ ਹਾਏ ਇਹ ਨਹੀਂ ਜਾਣਾ ਚਾਹੀਦਾ, ਜਿਹੜਾ ਬਣਿਆ ਜੋ ਹੁੰਦਾ ਵੇਖੀ ਜਾਏਗੀ। ਤੇ ਅਸੀਂ ਇਹਨਾਂ ਸਟਾਲਾਂ 'ਤੇ ਜਾ ਕੇ, ਪੈਲਸਾਂ 'ਚ ਜਾ ਕੇ, ਬਾਜ਼ਾਰਾਂ ਵਿੱਚ ਜਾ ਕੇ ਸਭ ਕੁਝ ਖਾਂਦੇ ਹਾਂ, ਤਲਿਆ ਹੋਇਆ, ਉਹਨਾਂ ਦੇ ਹੱਥ ਦਾ ਬਣਿਆ ਹੋਇਆ। ਤੰਬਾਕੂ ਉਹਨਾਂ ਨੇ ਵਰਤਿਆ, ਤੰਬਾਕੂ ਉਹਨੇ ਹੱਥ 'ਤੇ ਮਲਿਆ, ਉਹਦੀ ਤਲੀ ਨੂੰ ਤੰਬਾਕੂ ਲੱਗਾ ਹੋਇਆ, ਉਸੇ ਹੱਥ ਨਾਲ ਹੀ ਉਹਨੇ ਤੈਨੂੰ ਦਿੱਤਾ। ਕੋਈ ਇਸ਼ਨਾਨ ਨਹੀਂ, ਕੋਈ ਸਿਮਰਨ ਨਹੀਂ, ਕੋਈ ਭਜਨ ਬੰਦਗੀ ਨਹੀਂ, ਕੋਈ ਸੁੱਚ ਸਫਾਈ ਨਹੀਂ। ਤੇ ਹੁਣ ਤੇ ਕਈ ਵੀਡੀਓ ਵੀ ਆ ਗਈਆਂ, ਉਹ ਆਪਣੇ ਪਿੰਡੇ ਦੇ ਨਾਲ ਮਲ ਮਲ ਕੇ ਆਟਿਆਂ ਨੂੰ, ਪੇੜਿਆਂ ਨੂੰ ਰੋਟੀਆਂ ਬਣਾ ਬਣਾ ਕੇ ਖਵਾਉਂਦੇ, ਪਸੀਨਾ ਲਾ ਲਾ ਕੇ। ਪਰ ਅਸੀਂ ਸਭ ਕੁਝ ਖਾਈ ਜਾਂਦੇ। ਜ਼ੁਬਾਨ ਦਾ ਚਸਕਾ ਹੀ ਇੰਨਾ। ਕਲਯੁਗ ਨੇ ਆਖਿਆ ਸੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਮੈਂ ਦੁਨੀਆ ਵਿੱਚ 2 ਕੰਮ ਕਰਨ ਵਾਸਤੇ ਲੋਕਾਂ ਨੂੰ ਮਜਬੂਰ ਕਰ ਦਿਆਂਗਾ, ਇੱਕ ਤੇ ਜ਼ੁਬਾਨ ਦਾ ਸਵਾਦ ਤੇ ਦੂਜਾ ਕਾਮ ਵਾਲੀ ਬਿਰਤੀ। ਮੈਂ ਇਹਨਾਂ ਦੋਹਾਂ ਵਿੱਚ ਲਾ ਕੇ ਦੁਨੀਆ ਖਤਮ ਕਰਨੀ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਸੀ ਜਿਹੜਾ ਮੇਰਾ ਸਿੱਖ ਹੋਵੇਗਾ ਨਾ ਕਲਯੁਗਾ, ਤੇਰਾ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ, ਆਮ ਲੋਕਾਂ ਨੂੰ ਪਾਈ ਜਾਣਾ ਤੇ ਉਹ ਵੱਖਰੀ ਗੱਲ ਹੈ।
ਜੇ ਤੇ ਬੰਨਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖ ਤੇ ਫਿਰ ਜ਼ੁਬਾਨ ਤੇ ਕੰਟਰੋਲ ਕਰਨਾ ਪਵੇਗਾ। ਰਸ ਕਸ ਤੋਂ ਕਿਹੜਾ ਪਦਾਰਥ ਹੈ ਜਿਹੜਾ ਤੂੰ ਘਰੇ ਬਣਾ ਕੇ ਨਹੀਂ ਖਾ ਸਕਦਾ? ਸਭ ਕੁਝ ਬਣਾ ਕੇ, ਪਰ ਕਰਨਾ ਕੰਮ ਨਹੀਂ ਨਾ ਕਰਨਾ। ਕੰਮ ਨਹੀਂ ਕਰਨਾ, ਡਾਕਟਰ ਕੋਲ ਜਾ ਕੇ ਦਵਾਈ ਖਾਣੀ ਮਨਜ਼ੂਰ ਹੈ, ਕਸਰਤ ਕਰਨੀ ਮਨਜ਼ੂਰ ਹੈ, ਕਲੱਬ ਦੇ ਵਿੱਚ ਜਾ ਕੇ ਜਾਂ ਕਹਿ ਲਈਏ ਵੀ ਜਿੱਥੇ ਸਰੀਰ ਨੂੰ ਫਿੱਟ ਕੀਤਾ ਜਾਂਦਾ ਉੱਥੇ ਜਾ ਕੇ ਸਭ ਕੁਝ ਕਰਨਾ ਜ਼ਰੂਰੀ ਲੱਗਦਾ, ਘਰੇ ਕੰਮ ਕਰਨਾ ਜ਼ਰੂਰੀ ਨਹੀਂ ਹੈ। ਤੇ ਫਿਰ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਕਦੇ ਵੀ ਗੁਰੂ ਕਾ ਸਿੱਖ ਤੰਬਾਕੂ ਨੂੰ ਛੂਹੇ ਨਾ। ਜਿਹੜਾ ਛੂ ਲਵੇਗਾ ਉਹ ਸਿੱਖ ਨਹੀਂ ਰਹਿੰਦਾ ਹੈ। ਨੀਰ ਇਸ਼ਨਾਨ ਜਪੋ ਸਤਨਾਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਪਾਣੀ ਦੇ ਨਾਲ ਇਸ਼ਨਾਨ ਜ਼ਰੂਰ ਕਰਨਾ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਇਸ਼ਨਾਨ ਕਰੇ, ਕਿਉਂਕਿ ਤਨ ਦੀ ਸਫਾਈ ਜ਼ਰੂਰੀ ਹੈ। ਤਨ ਦੀ ਸਫਾਈ ਤੋਂ ਬਾਅਦ ਵਿੱਚ ਮਨ ਦੀ ਸਫਾਈ ਹੋਵੇਗੀ, ਤੇ ਮਨ ਦੀ ਸਫਾਈ ਹੋਵੇਗੀ ਤੇ ਖੁਦਾ ਦੀ ਪ੍ਰਾਪਤੀ ਹੈ। ਤੇ ਜੇ ਤਨ ਨੂੰ ਹੀ ਗੰਦਗੀ ਲੱਗੀ ਹੈ, ਬਦਬੂ ਆਉਂਦੀ ਪਈ ਹੈ, ਤੇ ਫਿਰ ਤੇਰਾ ਮਨ ਕਦੋਂ ਸਾਫ਼ ਹੋਵੇਗਾ ਤੇ ਪ੍ਰਾਪਤੀ ਕਦੋਂ ਹੈ? ਗੁਰੂ ਘਰ ਦੇ ਵਿੱਚ ਇਸ਼ਨਾਨ ਦੀ ਪਹਿਲੀ ਮਰਿਆਦਾ ਵੀ ਅੰਮ੍ਰਿਤ ਵੇਲੇ ਤੋਂ ਪਹਿਲਾ ਕੰਮ ਤੇਰਾ ਇਸ਼ਨਾਨ ਹੋਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨੀਰ ਇਸ਼ਨਾਨ ਜਪੋ ਸਤਨਾਮ। ਫਿਰ ਇਸ਼ਨਾਨ ਕਰਨ ਤੋਂ ਮਗਰੋਂ ਕਈ ਵਾਰੀ ਕੀ ਕਰਦੇ ਕੁਝ ਸਿੱਖ ਵੀ, ਹਾਂਜੀ ਇਸ਼ਨਾਨ ਕਰ ਲਿਆ ਹੁਣ ਸੌਂ ਜਾਈਏ, ਬਸ ਇਸ਼ਨਾਨ ਕਰ ਲੈ। ਨਹੀਂ, ਇਸ਼ਨਾਨ ਕਰਨ ਤੋਂ ਮਗਰੋਂ ਨਿਤਨੇਮ ਕਰ ਲਾ, ਬੰਦਗੀ ਕਰ, ਸਿਮਰਨ ਕਰਨਾ ਕਰ। ਕਰੋ ਹਿਤ ਦਾਨ ਮਹਾ ਸ਼ੁਭਿਆਹੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣੀ 10 ਨੋਹਾਂ ਦੀ ਕਮਾਈ ਵਿੱਚੋਂ ਫਿਰ ਦਾਨ ਵੀ ਕਰਨਾ ਹੈ। ਜਿਹੜੀ ਤੂੰ 10 ਨੋਹਾਂ ਦੀ ਕਿਰਤ ਕਰਦਾ ਹੈ ਨਾ, ਜਿਸ ਨੂੰ ਆਪਾਂ ਕਹਿੰਦੇ ਆ ਸੱਚੀ ਸੁੱਚੀ ਕਿਰਤ, ਉਹਦੇ ਵਿੱਚੋਂ ਥੋੜ੍ਹਾ ਬਹੁਤਾ ਦਾਨ ਕਰ ਤੇ ਬਾਕੀ ਕਮਾਈ ਛਕ। ਵਿਦਵਾਨਾਂ ਨੇ ਲਿਖਿਆ ਜਿਵੇਂ ਦੁੱਧ ਨੂੰ ਉਬਾਲਾ ਦਈਏ ਨਾ, ਤੇ ਦੁੱਧ ਨੂੰ ਉਬਾਲਾ ਦੇਣ ਤੋਂ ਮਗਰੋਂ ਉਹਦੇ ਉੱਪਰ ਕਹਿਣ ਲੱਗੇ ਵੀ ਮਲਾਈ ਆ ਜਾਂਦੀ ਹੈ, ਤੇ ਮਲਾਈ ਨੂੰ ਹਟਾ ਕੇ ਕਿਸੇ ਹੋਰ ਭਾਂਡੇ 'ਚ ਪਾ ਲਈਏ ਤੇ ਉਹ ਮਗਰਲਾ ਦੁੱਧ ਪੀ ਲਈਏ ਤੇ ਉਹ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਦਿੰਦਾ, ਸਗੋਂ ਸਰੀਰ ਨੂੰ ਨਵਾਂ ਨਰੋਇਆ ਰੱਖਦਾ ਹੈ। ਤੇ ਜੇ ਮਲਾਈ ਵਾਲਾ ਹੀ ਪੀ ਲਈਏ ਤੇ ਥੋੜ੍ਹੇ ਦਿਨ ਹੀ ਪੀਵੇਂਗਾ, ਮੁੜ ਕੇ ਕੁਝ ਨਾ ਕੁਝ ਮਲਾਈ ਨੇ ਕਿਸੇ ਨਾ ਕਿਸੇ ਪਾਸਿਓਂ ਨਿਕਲ ਆਉਣਾ, ਤੇ ਫਿਰ ਦਵਾਈਆਂ ਚੱਲ ਪੈਣਗੀਆਂ। ਪਹਿਲੇ ਸਮੇਂ ਵਿੱਚ ਕਾੜ੍ਹਨੀ ਵਿੱਚ ਦੁੱਧ ਗਰਮ ਹੁੰਦਾ, ਤੇ ਜਦੋਂ ਦੁੱਧ ਗਰਮ ਹੋ ਕੇ ਉਹਦਾ ਰੰਗ ਲਾਲ ਜਿਹਾ ਹੋਣਾ ਸ਼ੁਰੂ ਹੋ ਜਾਂਦਾ, ਫਿਰ ਮਲਾਈ ਪਰੇ ਕਰਕੇ ਦੁੱਧ ਪੀਣ ਵਾਸਤੇ ਦਿੱਤਾ ਜਾਂਦਾ, ਤੇ ਕੋਈ ਬਿਮਾਰ ਨਹੀਂ ਸੀ, ਸਾਰੇ ਤੰਦਰੁਸਤ। ਹੁਣ ਪਹਿਲੀ ਗੱਲ ਹੈ ਵੀ ਦੁੱਧ ਵਿੱਚ ਮਿਲਾਵਟ ਹੈ, ਤੇ ਬਾਅਦ ਵਿੱਚ ਸਾਡਾ ਖਾਣ ਦਾ ਤਰੀਕਾ ਨਹੀਂ ਹੈ। ਜਿਵੇਂ ਦੁੱਧ ਤੋਂ ਮਲਾਈ ਪਰੇ ਕਰਕੇ ਦੁੱਧ ਹੌਲਾ ਹੋ ਜਾਂਦਾ ਪੀਏ ਤੇ ਬਿਮਾਰੀ ਨਹੀਂ ਲੱਗਦੀ ਹੈ, ਇਸੇ ਤਰ੍ਹਾਂ ਤੇਰੀ ਕਮਾਈ ਹੈ, ਕਮਾਈ ਵਿੱਚੋਂ ਦਸਵੰਧ ਕੱਢ ਕੇ ਪਰਾਂ ਕਰੇਂਗਾ, ਤੇਰੀ ਕਮਾਈ ਬਰਕਤ ਵਾਲੀ ਹੋਵੇਗੀ, ਉਹ ਤੈਨੂੰ ਦੁੱਖਦਾਈ ਨਹੀਂ ਹੋਵੇਗੀ। ਤੇ ਕਮਾਈ ਦੇ ਵਿੱਚੋਂ ਦਸਵੰਧ ਉਹ ਦੇਣਾ ਜਿਹੜਾ ਤੂੰ 10 ਨੋਹਾਂ ਦੀ ਕੀਤੀ। ਜਿਹੜੀ ਹੇਰਾ ਫੇਰੀ ਦੀ ਕਰਕੇ ਲਿਆਇਆ ਨਾ, ਉਹ ਤੇਰਾ ਦਸਵੰਧ ਨਹੀਂ ਪ੍ਰਵਾਨ ਹੋਣਾ। ਇਹ ਨਾ ਸੋਚੀ ਵੀ ਅੱਜ ਮੈਂ 50 ਲੱਖ ਦੀ ਠੱਗੀ ਮਾਰੀ ਹੈ, ਇਹਦੇ ਵਿੱਚੋਂ 2-4 ਲੱਖ ਗੁਰੂ ਨੂੰ ਦੇ ਦਿਆਂ, ਚਲੋ ਗੁਰੂ ਨੂੰ ਵੀ ਆਪਣੇ ਨਾਲ ਜੋੜ ਲਵਾਂ। ਨਹੀਂ, ਉਹ ਤੇਰਾ ਪ੍ਰਵਾਨ ਨਹੀਂ ਹੋਣਾ ਹੈ। ਸ਼੍ਰੀ ਅਸਕੇਤ ਤੇ ਲੈ ਬਖਸ਼ੀਸ਼। ਸ਼੍ਰੀ ਅਸਕੇਤ ਪ੍ਰਮਾਤਮਾ ਦੇ ਕੋਲੋਂ ਬਖਸ਼ਿਸ਼ਾਂ ਲਵੋ, ਗੁਰੂ ਕਿਉਂ ਸਿੱਖੋ। ਜੇ ਕੁਝ ਚਾਹੀਦਾ ਹੈ ਨਾ, ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ, ਇੱਕ ਜਿਸ ਕੈ ਦੀਆ ਰਹੇ ਅਗਾਏ ਬਹੁੜ ਨਾ ਤ੍ਰਿਸ਼ਨਾ। ਲੱਗ ਗਿਆ ਰੱਬ ਇੰਨਾ ਦਿੰਦਾ ਵੀ ਤ੍ਰਿਸ਼ਨਾ ਹੀ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਇੰਨਾ ਉਹ ਦੇ ਦਿੰਦਾ। ਕਦੇ ਕਿਸੇ ਬੰਦੇ ਕੋਲੋਂ ਨਾ ਮੰਗ, ਜੇ ਮੰਗਣਾ ਪਰਮਾਤਮਾ ਕੋਲੋਂ ਮੰਗ, ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਉਹ ਆਪ ਹੈ, ਉਹਦੀਆਂ ਦਾਤਾਂ ਵੀ ਉਨੀਆਂ ਵੱਡੀਆਂ ਹਨ। ਮਨੋਸ਼ਤ ਈਸ਼ ਹਤੋ ਤੁਰਕਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਨਾਮ ਜਪੋਗੇ ਨਾ, ਬਾਣੀ ਪੜ੍ਹੋਗੇ, ਤੇ ਫਿਰ ਤੁਸੀਂ ਜਗਤ ਦੇ ਮਾਲਕ, ਧਰਤੀ ਦੇ ਮਾਲਕ ਬਣੋਗੇ। ਧਰਤੀ ਤੇ ਤੁਹਾਡਾ ਰਾਜ ਹੋਵੇਗਾ। ਤਲਵਾਰ ਦੇ ਨਾਲ ਵੈਰੀ ਨੂੰ ਨਾਸ ਕਰਨਾ ਕਰੋ। ਸੰਗਰ ਤੇ ਨਾ ਮਿਟੋ ਕਬਹੂ। ਤੇ ਸੰਗਰ ਨਾਮ ਗੁਰਮੁਖੋ ਜੰਗ ਦਾ ਹੈ, ਵੀ ਜੇ ਕਿਤੇ ਜੰਗ ਦਾ ਸਮਾਂ ਪੈ ਜਾਵੇ ਤੇ ਉਸ ਨੂੰ ਵੇਖ ਕੇ ਭੱਜ ਨਹੀਂ ਜਾਣਾ, ਕਾਇਰ ਨਹੀਂ ਬਣ ਜਾਣਾ। ਜੇ ਜੰਗ ਦਾ ਸਮਾਂ ਆ ਬਣਿਆ ਤੇ ਫਿਰ ਜੰਗ ਦਾ ਮੁਕਾਬਲਾ ਕਰ। ਜਾਂ ਤੇ ਰਣ ਤੱਤੇ ਵਿੱਚ ਸ਼ਹੀਦੀ ਹੋਵੇਗੀ, ਸੱਚਖੰਡ ਦੀ ਪ੍ਰਾਪਤੀ ਹੋਵੇਗੀ, ਜਾਂ ਜਿੱਤ ਲੈ ਕੇ ਤੇ ਦੁਨੀਆ ਵਿੱਚ ਖੁਸ਼ੀਆਂ ਲਵੇਂਗਾ। ਦੋਨੇ ਕੰਮਾਂ ਵਿੱਚ ਬਰਕਤਾਂ ਪੈਣਗੀਆਂ। ਇਸ ਕਰਕੇ ਜੰਗ ਨੂੰ ਵੇਖ ਕੇ ਕਦੇ ਭੱਜਣਾ ਨਹੀਂ। ਤੇ ਗੁਰਮੁਖੋ ਜੰਗ ਲੜਨਾ ਤੇ ਬੜੀ ਦੂਰ ਦੀ ਗੱਲ ਹੈ। ਕਿਤੇ 4 ਬੰਦੇ ਗੱਲ ਕਰਦੇ ਹੋਣ ਤੇ ਅਸੀਂ ਤੇ ਹਾਮੀ ਭਰਨੀ ਨਹੀਂ ਚੰਗੀ ਸਮਝਦੇ, ਚੁੱਪ ਕਰ ਜਾਈਦਾ। ਇਹਦੇ ਦਾ ਦੀ ਗੱਲ ਕੀਤੀ ਤੇ ਦੂਜੇ ਨੇ ਨਾਰਾਜ਼ ਹੋ ਜਾਣਾ, ਦੂਜੇ ਦਾ ਦੀ ਕੀਤੀ ਤੇ ਇਹਨੇ ਨਾਰਾਜ਼ ਹੋ ਜਾਣਾ।
ਅਸੀਂ ਤੇ ਫਿਰ ਜਿੱਧਰ ਨੂੰ ਪਲਟਾ ਭਾਰੀ ਹੁੰਦਾ ਉਹਦੇ ਵਾਲੇ ਪਾਸੇ ਜਾ ਖੜਦੀ ਦਾ, ਭਾਵੇਂ ਉਹ ਸੱਚ ਹੋਵੇ ਤੇ ਭਾਵੇਂ ਝੂਠ ਹੋਵੇ। ਜੰਗ ਲੜਨਾ ਸੂਰਮਿਆਂ ਦਾ ਕੰਮ ਹੈ, ਤੇ ਪਰ ਸੂਰਮੇ ਤੇ ਅਸੀਂ ਇੰਨੇ ਕੁ ਵੀ ਜੰਗ ਲੜਨਾ ਤੇ ਦੂਰ ਦੀ ਗੱਲ, ਅਸੀਂ ਤੇ ਫੈਸਲਾ ਨਹੀਂ ਕਰ ਪਾਉਂਦੇ ਵੀ ਗੱਲ ਕਹੀਏ ਤੇ ਨਾ ਕਹੀਏ। ਸਾਡਾ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਕਰੇ। ਦੋਹਾਂ ਲੋਕਨ ਕੋ ਸੁਖ ਜਾਨ ਮਹਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਦੋਹਾਂ ਲੋਕਾਂ ਦਾ ਸੁਖ ਮਿਲੇਗਾ। ਐਸ ਲੋਕ ਦਾ ਸੁਖ ਵੀ ਤੇ ਪਰਲੋਕ ਦਾ ਸੁਖ ਵੀ ਉਹਨੂੰ ਮਿਲੇਗਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਬਣੇਗਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧੀ ਬਣੇਗਾ। ਗੁਰੂ ਗੋਬਿੰਦ ਸਿੰਘ ਦੇ ਪੁੱਤਰੋ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਵਿਸਾਖੀ ਦਾ ਦਿਹਾੜਾ ਆ ਰਿਹਾ ਨਾ, ਆਪਾਂ ਨੂੰ ਪ੍ਰਾਪਤ ਹੋ ਰਿਹਾ। ਇਹ ਇਤਿਹਾਸ ਵੀ ਵਿਸਾਖੀ ਦਾ ਹੀ ਚੱਲਦਾ ਪਿਆ। ਵਿਸਾਖੀ ਤੇ ਮਹਾਰਾਜ ਨੇ ਸੰਗਤਾਂ ਨੂੰ ਇਕੱਠੇ ਕਰਕੇ ਅੰਮ੍ਰਿਤ ਛਕਾਇਆ ਤੇ ਸਿੰਘ ਸਜਾਇਆ। ਤੇ ਗੁਰਮੁਖੋ ਵਿਸਾਖੀਆਂ ਤੇ ਆਪਾਂ ਵੀ ਬੜੀਆਂ ਵੇਖ ਲਈਆਂ। ਜਿੰਨੀ ਉਮਰਾਂ ਹੋ ਗਈ ਹੈ, ਜੇ 50 ਸਾਲ ਦੇ ਹੋ ਗਏ ਤੇ 50 ਵਿਸਾਖੀਆਂ ਆਪਾਂ ਵੇਖ ਲਈਆਂ। ਪਰ ਹੁਣ ਕੋਈ ਇਹੋ ਜਿਹੀ ਵਿਸਾਖੀ ਵੀ ਸਾਡੇ ਜੀਵਨ ਵਿੱਚ ਆਵੇ ਵੀ ਸਾਡਾ ਜੀਵਨ ਬਦਲ ਜਾਵੇ, ਆਪਾਂ ਵੀ ਅੰਮ੍ਰਿਤਧਾਰੀ ਹੋ ਜਾਈਏ, ਅੰਮ੍ਰਿਤ ਛਕ ਲਈਏ। ਇਸ ਕਰਕੇ ਭਾਈ ਕਥਾ ਸੁਣਨ ਦਾ ਲਾਭ ਤਾਂ ਹੈ, ਕੀਰਤਨ ਸੁਣਨ ਦਾ ਲਾਭ ਤਾਂ ਹੈ ਜੇ ਅਸੀਂ ਉਹਦੇ ਵਿੱਚ ਅੱਗੇ ਥੋੜ੍ਹਾ ਬਹੁਤਾ ਚੱਲਣਾ ਹੈ। ਜੇ ਅਸੀਂ ਚੱਲਣਾ ਹੀ ਨਹੀਂ ਤਾਂ ਫਿਰ ਉੱਥੇ ਹੀ ਖੜ੍ਹੇ ਹੋਏ ਨਾ। ਮੰਜ਼ਿਲ 'ਤੇ ਤੁਰੀਏ ਤਾਂ ਕਿ ਮੰਜ਼ਿਲ ਮਿਲੇ। ਇਸ ਕਰਕੇ ਅੰਮ੍ਰਿਤ ਛਕਣਾ ਜ਼ਰੂਰੀ ਹੈ। ਆਪਣੇ ਆਪਣੇ ਮਨ ਪ੍ਰੇਰੋ। ਬਹੁਤ ਖਾ ਲਿਆ ਪੀ ਲਿਆ, ਸੰਸਾਰ ਬੜਾ ਵੇਖ ਲਿਆ, ਉਮਰ ਦਾ ਕੋਈ ਪਤਾ ਨਹੀਂ ਕਦੋਂ ਇਹ ਸਵਾਸਾਂ ਨੇ ਮੁੱਕ ਜਾਣਾ ਹੈ। ਅੰਮ੍ਰਿਤ ਛਕੀਏ। ਜਿਹੜੀ ਸੰਗਤ ਛਕਣਾ ਚਾਹੁੰਦੀ ਹੈ ਆਪਣੇ ਨਾਮ ਲਿਖਵਾਓ, ਉਹਨਾਂ ਸੰਗਤਾਂ ਨੂੰ ਅੰਮ੍ਰਿਤ ਛਕਣ ਦਾ ਪ੍ਰਬੰਧ ਕੀਤਾ ਜਾਵੇਗਾ। ਸੋ ਇਹ ਵਿਸਾਖੀ ਜਿਹੜੀ ਹੈ ਐਤਕੀ ਖਾਲੀ ਨਹੀਂ ਜਾਣੀ ਚਾਹੀਦੀ। ਇਸ ਵਿਸਾਖੀ ਦਾ ਲਾਹਾ ਲੈਣਾ ਚਾਹੀਦਾ। ਜੀਵਨ ਬਦਲ ਲਈਏ ਆਪਾਂ ਮਿਲ ਕੇ। ਮਹਾਰਾਜ ਕਹਿਣ ਲੱਗੇ ਦੋਹਾਂ ਲੋਕਾਂ ਦੇ ਸੁੱਖ ਜਿਹੜੇ ਨੇ ਉਹ ਗੁਰੂ ਕੇ ਸਿੱਖ ਨੂੰ ਪ੍ਰਾਪਤ ਹੁੰਦੇ ਹਨ। ਰਾਜ ਕਰੋ ਧਰਮ ਕੋ ਪ੍ਰਤਪਾਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧਰਮ ਦਾ ਰਾਜ ਕਰਨਾ ਤੇ ਧਰਮ ਦੀ ਪਾਲਣਾ ਕਰਨੀ ਹੈ। ਮਹਾਰਾਜ ਜੀਆਂ ਨੇ ਧਾਰਮਿਕ ਸਥਾਨ ਬਣਾਇਆ, ਉਹਦੇ ਨਾਲ ਨਾਲ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਹੈ। ਅਕਾਲ ਤਖਤ ਸਾਹਿਬ ਬੈਠ ਜਾਓ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ। ਉਹਦਾ ਕਾਰਨ ਇਹ ਹੈ ਜਦੋਂ ਰਾਜ ਵੀ ਕਰਨਾ, ਤੇਰੇ ਰਾਜ ਦੇ ਵਿੱਚ ਵੀ ਧਰਮ ਹੋਣਾ ਚਾਹੀਦਾ। ਤੇਰੇ ਰਾਜ ਦੇ ਵਿੱਚ ਵੀ ਦਇਆ ਹੋਣੀ ਚਾਹੀਦੀ ਹੈ, ਹਲੀਮੀ ਹੋਣੀ ਚਾਹੀਦੀ, ਭਲਾ ਹੋਣਾ ਚਾਹੀਦਾ। ਰਾਜ ਐਸਾ ਹੋਵੇ। ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਹਾਂ ਨਾ, ਬੱਚਿਆਂ ਨੇ ਬੇਰੀ ਨੂੰ ਮਾਰਿਆ ਪੱਥਰ, ਤੇ ਉਹ ਪੱਥਰ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੱਜਾ ਤੇ ਸਿਪਾਹੀਆਂ ਨੇ ਭੱਜ ਕੇ ਬੱਚਿਆਂ ਨੂੰ ਪਕੜ ਲਿਆ, ਸਾਰੇ ਇਕੱਠੇ ਕਰ ਲਏ, ਡਰਾ ਕੇ ਧਮਕਾ ਕੇ ਪੁੱਛਿਆ ਪੱਥਰ ਕਿਉਂ ਮਾਰਿਆ? ਕਹਿਣ ਲੱਗੇ ਜੀ ਪੱਥਰ ਤੁਹਾਨੂੰ ਨਹੀਂ ਮਾਰਿਆ, ਬੇਰੀ ਨੂੰ ਮਾਰਿਆ। ਫਿਰ ਪੁੱਛਿਆ ਬੇਰੀ ਨੂੰ ਕਿਉਂ ਮਾਰਿਆ? ਕਹਿਣ ਲੱਗੇ ਜੀ ਬੇਰੀ ਨੂੰ ਪੱਥਰ ਮਾਰਦੇ ਆ, ਸਾਨੂੰ ਬੇਰ ਦਿੰਦੀ, ਅਸੀਂ ਬੇਰ ਖਾਂਦੇ। ਇਹ ਬਚਨ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਹੱਸ ਪਏ। ਕਹਿਣ ਲੱਗੇ ਇਹਨਾਂ ਨੂੰ ਸਜ਼ਾ ਨਹੀਂ ਦੇਣੀ ਹੈ। ਜੇ ਬੇਰੀ ਨੂੰ ਪੱਥਰ ਮਾਰਦੇ ਤੇ ਬੇਰੀ ਬੇਰ ਦਿੰਦੀ ਹੈ, ਮੈਂ ਰਾਜਾ, ਮੈਨੂੰ ਪੱਥਰ ਮਾਰਿਆ ਤੇ ਮੈਨੂੰ ਵੀ ਤੇ ਕੋਈ ਦੇਣਾ ਚਾਹੀਦਾ ਨਾ। ਕਈਆਂ ਪਿੰਡਾਂ ਦੀ ਜਗੀਰ ਉਹਨਾਂ ਬੱਚਿਆਂ ਦੇ ਨਾਮ ਲਾ ਦਿੱਤੀ। ਇਹ ਹੈ ਰਾਜ ਦੇ ਵਿੱਚ ਧਰਮ, ਰਾਜ ਦੇ ਵਿੱਚ ਦਇਆ। ਅੱਜ ਤੁਸੀਂ ਕਿਸੇ ਜਾਂਦੇ ਹੋਏ ਰਾਜਨੀਤਿਕ ਲੀਡਰ ਨੂੰ ਮਾੜਾ ਜਿਹਾ ਬੋਲ ਕੇ ਵਿਖਾਓ, ਹਾਂ ਤੁਹਾਡੇ 'ਤੇ ਇੰਨੇ ਕੇਸ ਪਾ ਦੇਣਗੇ, ਤੁਹਾਡੇ ਪਰਿਵਾਰ 'ਤੇ ਵੀ ਸਾਰੀ ਉਮਰ ਕੇਸ ਲੜਦਿਆਂ ਹੀ ਲੰਘ ਜਾਣੀ ਹੈ। ਅੱਜ ਦਾ ਰਾਜ ਧਰਮ ਦਾ ਨਹੀਂ ਹੈ। ਮਹਾਰਾਜੇ ਰਣਜੀਤ ਸਿੰਘ ਦੇ ਰਾਜ ਨੂੰ ਐਵੇਂ ਨਹੀਂ ਯਾਦ ਕੀਤਾ ਜਾਂਦਾ। ਉਹਦੇ ਰਾਜ ਵਿੱਚ ਧਰਮ ਹੈ। ਸਤਿਗੁਰਾਂ ਨੇ ਅਕਾਲ ਤਖਤ ਸਾਹਿਬ ਬਣਾ ਕੇ ਉੱਥੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਸਿੱਖਾ ਤੇਰਾ ਰਾਜ ਹੋਵੇ, ਪਰ ਤੇਰੇ ਰਾਜ ਦੇ ਵਿੱਚ ਧਰਮ ਹੋਵੇ, ਦਇਆ ਹੋਵੇ, ਭਲਾ ਕਰਨ ਦੀ ਤੇਰੇ ਵਿੱਚ ਸੂਝ ਬੂਝ ਹੋਵੇ। ਸਤਿਗੁਰੂ ਬਚਨ ਕਰਦੇ ਕਹਿਣ ਲੱਗੇ ਭਾਈ ਇਸ ਤਰ੍ਹਾਂ ਦਾ ਰਾਜ ਸਾਡੇ ਖਾਲਸੇ ਨੇ ਧਰਮ ਵਾਲਾ ਕਰਨਾ ਹੈ। ਭੋਗੋ ਭੋਗ ਅਨੇਕ ਵਿਧਾਨਾ। ਅਨੇਕ ਤਰ੍ਹਾਂ ਦੇ ਭੋਗ ਕਹੀਏ ਪਦਾਰਥ ਭੋਗੋ, ਮਹਾਰਾਜ ਨੇ ਮਨਾ ਨਹੀਂ ਕੀਤਾ। ਰਾਮ ਰਾਮ ਗਾਏਂਗੇ, ਟੱਲੀਆਂ ਬਜਾਏਂਗੇ, ਮਾਂਗ ਕੇ ਖਾਏਂਗੇ, ਐਸਾ ਧਰਮ ਨਹੀਂ ਚਲਾਇਆ ਵੀ ਜਿਹੜਾ ਕੋਈ ਆਵੇ ਟੱਲੀ ਵਜਾ ਕੇ ਹੱਥ ਖੜਾ ਕਰ ਦੇ ਵੀ ਲਿਆ ਸਾਨੂੰ ਦਾਨ ਦੇ, ਮੰਗ ਕੇ ਖਾਣਾ ਨਹੀਂ। ਸਾਡੇ ਗੁਰੂ ਨੇ ਆਪ ਘੋੜੇ ਰੱਖੇ, ਹਾਥੀ ਰੱਖੇ, ਆਪ ਹਾਥੀਆਂ ਦੀ ਸਵਾਰੀ ਕਰਦੇ ਰਹੇ। 10ਵੇਂ ਪਾਤਸ਼ਾਹ ਸੀਸ 'ਤੇ ਕਲਗੀ ਲੱਗਦੀ ਹੈ, ਤਖਤ ਦੇ ਉੱਪਰ ਬੈਠਦੇ ਨੇ, ਸ਼ਸਤਰ ਧਾਰੀ ਨੇ, ਰਾਜਿਆਂ ਮਹਾਰਾਜਿਆਂ ਵਾਲਾ ਠਾਠ ਬਾਠ ਹੈ। ਉਹੀ ਠਾਠ ਬਾਠ ਮਹਾਰਾਜ ਨੇ ਆਪਣੇ ਖਾਲਸੇ ਨੂੰ ਵੀ ਦਿੱਤਾ ਹੈ। ਐਸੀ ਕਿਰਤ ਕਰ, ਐਸਾ ਕੰਮ ਕਰ, ਰਾਜਿਆਂ ਵਾਲੀ ਜ਼ਿੰਦਗੀ ਜਿਉ।
ਸਿੱਖਾਂ ਦਾ ਮਨ ਨੀਵਾ, ਮਾਤੂ ਮੱਤ ਉੱਚੀ ਰੱਖਣੀ ਹੈ। ਮਹਾਰਾਜ ਨੇ ਇਹ ਨਹੀਂ ਆਖਿਆ ਵੀ ਸਾਰਾ ਕੁਝ ਵੇਚ ਵੱਟ ਕੇ ਨੰਗ ਮਲੰਗ ਹੋ ਕੇ ਸੜਕ 'ਤੇ ਆ ਜਾ। ਨਹੀਂ, ਕਿਰਤ ਕਮਾਈ ਕਰ, ਕਮਾਈ ਜਿੰਨੀ ਹੁੰਦੀ ਹੈ ਕਰ, ਆਪਣੇ ਠਾਠ ਬਾਠ ਆਨੰਦ ਲੈ, ਪਰ ਧਰਮ ਦੇ ਵਿੱਚ ਰਹਿ ਕੇ, ਧਰਮ ਦੀ ਪਾਲਣਾ ਦੇ ਵਿੱਚ ਰਹਿ ਕੇ ਨਿਤਨੇਮ ਰਹਿਣਾ ਚਾਹੀਦਾ। ਭਲਾ ਕਰਨ ਦਾ ਤੇਰਾ ਸੁਭਾਅ ਹੋਣਾ ਚਾਹੀਦਾ, ਦਇਆ ਕਰਨ ਵਾਲਾ ਸੁਭਾਅ, ਇਹ ਰੱਖਣੇ ਗੁਣ ਆਪਣੇ ਕੋਲ। ਅਤੇ ਅਨੇਕ ਤਰ੍ਹਾਂ ਦੇ ਸੁੱਖ ਆਪਣੀ ਜ਼ਿੰਦਗੀ ਵਿੱਚ ਮਾਣ। ਤੈਨੂੰ ਸੁੱਖ ਮਾਣਨ ਤੋਂ ਮਨਾਹੀ ਨਹੀਂ ਕੀਤੀ ਹੈ। ਵਸਤਰ ਕੱਪੜਾ ਕਿਸ ਤਰ੍ਹਾਂ ਦਾ ਵੀ ਪਾ ਸਕਦਾ, ਪਰ ਵਸਤਰ ਕੱਪੜਾ ਇਸ ਤਰ੍ਹਾਂ ਦਾ ਹੋਵੇ ਜਿਹੜਾ ਤੇਰੇ ਤਨ ਨੂੰ ਢੱਕ ਲਵੇ, ਸਰੀਰ ਨੂੰ ਢੱਕ ਲਵੇ। ਇਸ ਤਰ੍ਹਾਂ ਦਾ ਨਾ ਹੋਵੇ ਵੀ ਤੇਰੇ ਸਰੀਰ ਦੀ ਨੁਮਾਇਸ਼ ਲੱਗੇ, ਦੁਨੀਆ ਵੇਖੇ। ਅਤੇ ਗੁਰਮੁਖੋਂ ਮੱਖੀਆਂ ਜਿਹੜੀਆਂ ਨਾ ਉਹ ਗੰਦਗੀ 'ਤੇ ਬੈਠਦੀਆਂ ਆ ਕੇ, ਢੱਕੇ ਹੋਏ ਪਦਾਰਥ 'ਤੇ ਨਹੀਂ ਬੈਠਦੀਆਂ। ਅਤੇ ਜੇ ਅਸੀਂ ਆਪਣੇ ਸਰੀਰ ਨੂੰ ਨੁਮਾਇਸ਼ ਵਾਲਾ ਬਣਾ ਲਾਂਗੇ ਅਤੇ ਫਿਰ ਮੱਖੀਆਂ 'ਤੇ ਭਿਣਕਣਗੀਆਂ ਇੱਧਰੋਂ ਉੱਧਰੋਂ। ਫਿਰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ, ਕਈ ਤਰ੍ਹਾਂ ਦੀਆਂ ਵਕਾਰੀ ਬਚਨ ਸੁਣਨੇ ਪੈਣਗੇ, ਜੀਵਨ ਗਰਕ ਹੋ ਜਾਏਗਾ। ਅੱਜ ਕੱਲ੍ਹ ਦਾ ਫੈਸ਼ਨ ਹੀ ਇਹੋ ਜਿਹਾ ਚੱਲ ਪਿਆ, ਕੱਪੜਾ ਹੀ ਇਹੋ ਜਿਹਾ ਚੱਲ ਪਿਆ। ਜੇ ਪੈਂਟ ਪਾ ਲਈ ਹੈ ਤਾਂ ਉਹਦੇ ਵਿੱਚ ਮੋਰੀਆਂ ਨੇ, ਜੇ ਸ਼ਰਟ ਪਾ ਲਈ ਹੈ ਤਾਂ ਉਹ ਢਿੱਡ ਨੰਗਾ ਹੁੰਦਾ ਪਿਆ। ਇਹ ਸਰੀਰ ਕੋਈ ਨੁਮਾਇਸ਼ ਨਹੀਂ ਹੈ, ਇਹ ਸਰੀਰ ਨੂੰ ਢੱਕਣ ਵਾਸਤੇ ਕੱਪੜਾ ਬਣਿਆ। ਤਨ ਨੂੰ ਢੱਕ ਕੇ ਰੱਖ, ਕੱਪੜਾ ਜਿਸ ਤਰ੍ਹਾਂ ਦਾ ਮਰਜ਼ੀ ਪਾ, ਪਰ ਸਰੀਰ ਢੱਕਿਆ ਹੋਣਾ ਚਾਹੀਦਾ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਸ ਤਰ੍ਹਾਂ ਦੇ ਸੁੱਖਾਂ ਨੂੰ ਲੈਣਾ ਕਰੋ। ਅੰਤ ਸਮੈ ਗਤ ਆਸ਼ੀ ਕੋ ਪ੍ਰਾਪਤ। ਜੇ ਬਾਣੀ ਪੜ੍ਹਦੇ ਰਹੋਗੇ, ਨਿਤਨੇਮ ਕਰਦੇ ਰਹੋਗੇ, ਦਸਾਂ ਨੋਹਾਂ ਦੀ ਕਿਰਤ ਕਰੋਗੇ, ਧਰਮ ਦੇ ਵਿੱਚ ਰਹਿ ਕੇ ਚੱਲੋਗੇ, ਮਰਨ ਤੋਂ ਮਗਰੋਂ ਵੀ ਜਮਾਂ ਦਾ ਡਰ ਨਹੀਂ ਹੈ। ਮੁਕਤੀ ਦੀ ਪ੍ਰਾਪਤੀ ਨੂੰ ਪ੍ਰਾਪਤ ਹੋਵੋਗੇ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਜਿਹੜਾ ਨਿਤਨੇਮੀ ਹੈ, ਇਸ਼ਨਾਨ ਪਾਨ ਕਰਨ ਵਾਲਾ, ਗੁਰੂ ਦੀ ਭੈ ਭਾਵਨੀ ਰੱਖਣ ਵਾਲਾ, ਉਹ ਸੰਤ ਹੀ ਹੈ। ਅਤੇ ਫਿਰ ਉਹ ਆਪਣੇ ਘਰ ਨੂੰ ਜਾ ਰਿਹਾ, ਸੱਚਖੰਡ ਦੀ ਪ੍ਰਾਪਤੀ ਨੂੰ ਪ੍ਰਾਪਤ ਹੋ ਰਿਹਾ। ਅਤੇ ਜਿਹਨੇ ਇੱਥੇ ਕੀਤੇ ਪਾਪ, ਉਹਨੂੰ ਤਾਂ ਰਾਤ ਨੂੰ ਸੁੱਤਿਆਂ ਵੀ ਜਾਮੀ ਸਰਾਣੇ ਦੀ ਦੇ ਵੀ ਹਾਏ ਹੁਣ ਮਰਿਆ ਅਤੇ ਜੰਮ ਲੈਣ ਆ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧਰਮ ਕਰਮ ਦੇ ਕਰਮ ਕਰੇਗਾ, ਅੱਛੀ ਗਤ ਨੂੰ, ਮੁਕਤੀ ਦੀ ਗਤ ਨੂੰ ਪ੍ਰਾਪਤ ਹੁੰਦਾ ਹੈ। ਆਨ ਪਿਖੋ ਆਪਣੇ ਨਾ ਸੁਮਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੋਰ ਨੂੰ ਆਪਣੇ ਸਮਾਨ ਨਾ ਵੇਖੋ, ਭਾਵ ਕਿ ਸੁਰਤ ਉੱਚੀ ਰੱਖੋ। ਇਹ ਨਹੀਂ ਵੀ ਫਲਾਣੇ ਬੰਦੇ ਨੇ ਪਾਪ ਕੀਤਾ ਤੇ ਚਲੋ ਮੈਂ ਵੀ ਇਹਦੇ ਮਗਰ ਹੀ ਚੱਲ ਪਵਾਂ। ਆਹ ਵੇਖੋ ਫਲਾਣਾ ਬੰਦਾ ਇੰਨੇ ਮਾੜੇ ਕੰਮ ਕਰਦਾ, ਇਹਨੂੰ ਬੜੇ ਸੁੱਖ ਨੇ, ਇਹਦਾ ਘਰ ਬੜਾ ਵੱਡਾ, ਇਹਦੀ ਗੱਡੀ ਬੜੀ ਵੱਡੀ ਹੈ, ਇਹਦੀ ਜਾਣ ਪਛਾਣ ਬਣੀ ਹੈ, ਮੈਂ ਵੀ ਨਾ ਇਹ ਕੰਮ ਕਰਨ ਲੱਗ ਪਵਾਂ। ਨਹੀਂ, ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ। ਕਿਸੇ ਮਾੜੇ ਵੱਲ ਵੇਖ ਕੇ ਮਾੜੇ ਦੀ ਮੱਤ ਲੈ ਕੇ ਮਾੜੇ ਵਰਗਾ ਨਹੀਂ ਬਣਨਾ। ਚੰਗੇ ਵੱਲ ਵੇਖ ਕੇ ਚੰਗੀ ਮੱਤ ਲੈ ਕੇ ਚੰਗੇ ਬਣਨਾ ਹੈ। ਇਸ ਤਰ੍ਹਾਂ ਦੀ ਆਪਣੀ ਜੀਵਨ ਨੂੰ ਬਣਾਉਣਾ ਕਰ। ਜੇ ਸਿਰ ਗੁੰਮ ਹੈ ਜਗ ਮੈਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਸਿਰ ਗੁੰਮ ਨੇ ਸੰਸਾਰ ਵਿੱਚ। ਸਿਰ ਗੁੰਮ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਕੇਸ ਬਾਰ-ਬਾਰ ਰੱਖੇ ਨੇ ਪਰ ਵਿੱਚੋਂ ਕਟਾਏ ਨੇ। ਬਾਹਰੋਂ ਪਤਾ ਲੱਗੇ ਵੀ ਮੈਂ ਸਿੱਖ ਹਾਂ ਅਤੇ ਵਿੱਚੋਂ ਮੈਂ ਫੈਸ਼ਨ ਵੀ ਕਰ ਲਿਆ। ਜਿਹੜੇ ਸਿਰ ਗੁੰਮ ਨੇ, ਅੱਧੇ ਰੱਖੇ ਨੇ ਕੇਸ, ਅੱਧੇ ਕਟਾਏ ਨੇ। ਕਈ ਤਰ੍ਹਾਂ ਦੇ ਵਾਲ ਕਟਾਉਣ ਦਾ ਤਰੀਕਾ ਨੇ, ਫੌਜੀ ਕਟਿੰਗ ਹੈ, ਗਾਂਧੀ ਕਟਿੰਗ ਹੈ, ਫਲਾਣੀ ਕਟਿੰਗ। ਕਈ ਤਰ੍ਹਾਂ ਦੇ ਚਿੱਤਰ ਮੂਰਤੀਆਂ ਲੋਕੀ ਸਿਰ ਵਿੱਚ ਕੋਈ ਧੌਣ 'ਤੇ ਬਣਾਈ ਬੈਠਾ, ਕੋਈ ਗਿੱਚੀ 'ਤੇ ਬਣਾਈ ਬੈਠਾ। ਮਹਾਰਾਜ ਕਹਿਣ ਲੱਗੇ ਜਿਹੜੇ ਸਿਰ ਗੁੰਮ ਨੇ ਦੁਨੀਆ ਵਿੱਚ, ਮਰਨੇ ਪਰਨੇ ਮੈਂ ਮੇਲ ਨ ਕੀਜੈ। ਉਹਨਾਂ ਦਾ ਮਰਨੇ ਪਰਨੇ ਦੇ ਉੱਪਰ ਮੇਲ ਨਹੀਂ ਕਰਨਾ। ਮਰਨੇ ਤੋਂ ਭਾਵ ਹੈ ਵੀ ਜੇ ਉਹ ਮਰ ਗਿਆ ਤਾਂ ਉੱਥੇ ਜਾਣ ਦੀ ਕੋਈ ਲੋੜ ਨਹੀਂ, ਕਿਉਂਕਿ ਉਹ ਗੁਰੂ ਵਾਲਾ ਨਹੀਂ ਸੀ। ਸਾਡੀ ਸਾਂਝ ਤਾਂ ਗੁਰੂ ਵਾਲਿਆਂ ਨਾਲ ਹੈ। ਅਤੇ ਪਰਨੇ ਤੋਂ ਭਾਵ ਵੀ ਜੇ ਕਿਤੇ ਉਹ ਕੋਈ ਸਮਾਗਮ ਕਰਦਾ ਪਿਆ, ਕੋਈ ਆਪਣੇ ਘਰ ਵਿੱਚ ਨਿੱਕਾ ਮੋਟਾ ਸਮਾਗਮ ਕਰਦਾ ਪਿਆ, ਤਾਂ ਉੱਥੇ ਵੀ ਜਾਣ ਦੀ ਲੋੜ ਨਹੀਂ ਹੈ। ਅਤੇ ਗੁਰਮੁਖੋ ਇਹ ਸਿਧਾਂਤ ਸਾਨੂੰ ਅਪਣਾਉਣਾ ਪਏਗਾ ਜੇ ਸਿੱਖੀ ਨੂੰ ਕਾਇਮ ਰੱਖਣਾ। ਤੁਸੀਂ ਦੱਖਣ ਵਿੱਚ ਜਾਂਦੇ ਹੋ ਨਾ, ਉੱਥੇ ਤੁਹਾਨੂੰ ਜਿੰਨੇ ਸਿੱਖ ਮਿਲਣਗੇ ਸਾਰੇ ਕੇਸਾਧਾਰੀ ਮਿਲਣਗੇ। ਜੇ ਉਹਨਾਂ ਵਿੱਚੋਂ ਕੋਈ ਕੇਸ ਕਟਾ ਦੇਵੇ ਤਾਂ ਉਹਨਾਂ ਦੇ ਘਰੇ ਆਉਣਾ ਜਾਣਾ ਉਹ ਬੰਦ ਕਰ ਦਿੰਦੇ, ਉਹਦੇ ਨਾਲ ਮਿਲਦੇ ਵਰਤਦੇ ਨਹੀਂ। ਅਤੇ ਜੇ ਉਹ ਕੇਸ ਕਟਾ ਦੇਣ ਤਾਂ ਉਹਨਾਂ ਦਾ ਗੁਰੂ ਘਰੇ ਆਨੰਦ ਕਾਰਜ ਵੀ ਨਹੀਂ ਹੁੰਦਾ। ਆਨੰਦ ਕਾਰਜ ਦੀ ਮਨਾਹੀ ਜਵਾਬ ਦੇ ਦਿੰਦੇ ਵੀ ਨਹੀਂ ਭਾਈ ਤੇਰਾ ਆਨੰਦ ਕਾਰਜ ਨਹੀਂ ਕਰਾਂਗੇ। ਜੇ ਕੇਸ ਰੱਖੇਗਾ ਤੇਰੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੇ ਕੋਲ ਤਾਂ ਹੀ ਹੋਣਗੇ। ਅਤੇ ਉੱਥੇ ਸਿੱਖੀ ਹੈ, ਜਿੰਨੇ ਵੀ ਤੁਹਾਨੂੰ ਮਿਲਣਗੇ ਉਹ ਕੇਸਾਂ ਵਾਲੇ ਹੀ ਮਿਲਣਗੇ।
ਤੇ ਅਸੀਂ ਪੰਜਾਬ ਵਾਲੇ ਭਾਵੇਂ ਕੋਈ ਹਿੰਦੂ ਆ ਜਾਵੇ ਲੜਕਾ ਤੇ ਭਾਵੇਂ ਕੋਈ ਮੁਸਲਮਾਨ ਆ ਜਾਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਵੀ ਉਹ ਕੰਮ ਨੂੰ ਕਰਦਾ ਹੋਵੇ, ਅਸੀਂ ਮਨਾ ਨਹੀਂ ਕਰਦੇ, ਝੱਟ ਕਰੀਏ ਨਾ। ਜਿੰਨਾ ਚਿਰ ਇਹ ਬੰਦਸ਼ਾਂ ਨਹੀਂ ਬਣਾਉਂਦੇ ਉਹਨਾਂ ਚਿਰ ਇਹ ਕੰਮ ਠੱਲਣਾ ਨਹੀਂ, ਰੁਕਣਾ ਨਹੀਂ, ਉਹਨਾਂ ਚਿਰ ਇਹ ਚੱਲਦਾ ਹੀ ਰਹਿਣਾ। ਮੁਸਲਮਾਨਾਂ ਦੇ ਪਿੰਡ ਨਾ ਮਲੇਰਕੋਟਲੇ ਦੇ ਨੇੜੇ, ਮੁਸਲਮਾਨਾਂ ਦੇ ਬੱਚਿਆਂ ਦੀ ਛੋਟਿਆਂ ਦੀ ਸਕੂਲ ਜਾਣ ਤੋਂ ਪਹਿਲਾਂ ਮਸੀਤ ਵਿੱਚ ਕਲਾਸ ਲੱਗਦੀ ਹੈ ਕਾਜੀ ਦੇ ਕੋਲ। ਜਿਹੜਾ ਬੱਚਾ ਮਸੀਤ ਵਿੱਚ ਨਹੀਂ ਜਾਏਗਾ ਉਸ ਬੱਚੇ ਦੇ ਪਰਿਵਾਰ ਦੇ ਨਾਲ ਬਾਕੀ ਮੁਸਲਮਾਨ ਬਾਈਕਾਟ ਕਰ ਲੈਂਦੇ ਵੀ ਅਸੀਂ ਤੇਰੇ ਨਹੀਂ ਆਉਣਾ ਖੁਸ਼ੀ ਗਮੀ ਦੇ, ਕਿਉਂਕਿ ਕਾਜੀ ਵੱਲੋਂ ਫਤਵਾ ਵੀ ਇਹਦਾ ਬੱਚਾ ਨਹੀਂ ਆ ਰਿਹਾ, ਸਾਰਾ ਸਮਾਜ ਦਾ ਬਾਈਕਾਟ ਕਰੋ। ਹੁਣ ਬੱਚਾ ਜਾਵੇਗਾ, ਉਹਨੂੰ ਧਾਰਮਿਕ ਧਰਮ ਦੀ ਸੋਝੀ ਮਿਲੇਗੀ, ਗਿਆਨ ਮਿਲੇਗਾ। ਤੇ ਮੁਸਲਮਾਨ ਕਦੇ ਆਪਣਾ ਧਰਮ ਨਹੀਂ ਛੱਡਦਾ, ਤੇ ਸਾਡੇ ਵਾਲੇ ਛੱਡਦੇ ਪਏ। ਸਾਡੇ ਕਈ ਇਲਾਕੇ ਨੇ ਪੰਜਾਬ ਦੇ, ਸਿੱਖ ਆਪਣਾ ਧਰਮ ਛੱਡ ਕੇ ਈਸਾਈ ਬਣ ਗਏ ਨੇ। ਉਹਨਾਂ ਨੇ ਇੱਕ ਲਾਲਚ ਦੇ ਦਿੱਤਾ ਵੀ ਤੁਹਾਨੂੰ ਪੜ੍ਹਾਈ ਫ੍ਰੀ ਕਰਾ ਦਿਆਂਗੇ, ਤੁਹਾਡਾ ਇਲਾਜ ਕਰਵਾ ਦਿਆਂਗੇ, ਤੁਹਾਨੂੰ ਕੋਈ ਘਰ-ਬਾਰ ਲੈ ਦਿਆਂਗੇ। ਸਾਡੇ ਸਿੱਖ ਈਸਾਈ ਬਣਦੇ ਜਾ ਰਹੇ ਬਹੁਤ ਇਲਾਕਿਆਂ ਵਿੱਚ, ਭਾਵੇਂ ਉਹ ਬਾਅਦ ਵਿੱਚ ਕੋਈ ਦੇਣ ਤੇ ਭਾਵੇਂ ਨਾ ਦੇਣ, ਪਰ ਧਰਮ ਅਸੀਂ ਛੱਡ ਕੇ ਉੱਧਰ ਚਲੇ ਗਏ ਹਾਂ। ਪਰ ਮੁਸਲਮਾਨ ਕਦੇ ਧਰਮ ਨਹੀਂ ਛੱਡਦਾ। ਉਹਦਾ ਕਾਰਨ ਹੈ ਵੀ ਉਹਨਾਂ ਦੀ ਨੀਂਹ ਮਜ਼ਬੂਤ ਹੈ। ਜਦੋਂ ਬੱਚੇ ਸਨ ਛੋਟੇ ਉਦੋਂ ਹੀ ਧਰਮ ਬਾਰੇ ਸਮਝਾ ਦਿੱਤਾ ਗਿਆ, ਧਰਮ ਤੋਂ ਡੋਲੇ ਨਹੀਂ। ਤੇ ਸਾਡੇ ਕੋਲ ਤੇ ਸਮਾਂ ਹੀ ਨਹੀਂ ਨਾ ਬੱਚੇ ਨੂੰ ਨਾ ਗੁਰੂ ਘਰ ਭੇਜਣ ਦਾ, ਨਾ ਕਥਾ ਸੁਣਨ ਦਾ, ਨਾ ਕੋਈ ਧਾਰਮਿਕ ਕਿਤਾਬ ਪੜ੍ਹਾਉਣ ਦਾ। ਤੇ ਸਾਡੇ ਧਾਰਮਿਕ ਆਗੂ ਸੁੱਤੇ ਪਏ ਨੇ, ਗੂੜੀ ਨੀਂਦ। ਸਾਡਿਆਂ ਹੀ ਗ੍ਰੰਥਾਂ ਵਿੱਚ ਬੜਾ ਕੁਝ ਲਿਖਿਆ ਜਾ ਰਿਹਾ, ਉਹਦੇ ਵਾਸਤੇ ਵੀ ਧਰਨਾ ਲਾਉਣਾ ਪੈਂਦਾ। ਐਸੀ ਸੁਰਤੀ ਬਿਰਤੀ ਬਣ ਗਈ ਹੈ। ਗੁਰੂ ਕਿਰਪਾ ਕਰੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਤਰੀਕ ਨੂੰ ਜਿਹੜੀ ਆਪਾਂ ਸਵੇਰ ਵੇਲੇ ਕਥਾ ਸਰਵਣ ਕਰਦੇ ਹਾਂ ਗੁਰਬਾਣੀ ਦੀ, ਉਸ ਦਾ ਮੱਧ ਲੱਗੇਗਾ 7:30 ਵਜੇ। ਸੋ ਉਸ ਦੇ ਨਾਲ ਆਪ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿਆਰ ਹੋਣਗੇ, ਜਲੇਬਾਂ ਦੇ ਲੰਗਰ, ਜਲੇਬੀਆਂ ਦੇ ਲੰਗਰ ਵੀ ਤਿਆਰ ਹੋਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਕਿ 12 ਤਰੀਕ ਨੂੰ ਸਵੇਰੇ 7:30 ਵਜੇ ਅਰਦਾਸ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਗੁਰੂ ਕੇ ਲੰਗਰ ਛਕ ਕੇ ਖੁਸ਼ੀਆਂ ਪ੍ਰਾਪਤ ਕਰੋ, ਗੁਰੂ ਕੇ ਬਚਨ ਸੁਣ ਕੇ ਜੀਵਨ ਸਫਲਾ ਬਣਾਓ। ਅਤੇ ਇਸੇ ਤਰ੍ਹਾਂ 12 ਤਰੀਕ ਨੂੰ ਹੀ ਸਵੇਰੇ ਅਖੰਡ ਪਾਠ ਸਾਹਿਬ 10 ਵਜੇ ਪਰ ਆਰੰਭ ਹੋਣਗੇ। ਆਪ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 13 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ ਅਤੇ 14 ਤਰੀਕ ਨੂੰ ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ। ਇਸੇ ਤਰ੍ਹਾਂ 11 ਤਰੀਕ ਕੱਲ੍ਹ ਨੂੰ ਇਸ ਵੇਲੇ ਸਾਰੇ ਦਰਬਾਰ ਦੀ ਸਫਾਈ ਦੀ ਸੇਵਾ ਹੋਣੀ ਹੈ। ਬੀਬੀਆਂ ਨੂੰ ਵੀ ਬੇਨਤੀ ਹੈ, ਸਿੰਘਾਂ ਨੂੰ ਵੀ ਬੇਨਤੀ ਹੈ ਵੀ ਕੱਲ੍ਹ ਨੂੰ ਵੱਧ ਤੋਂ ਵੱਧ ਨੌਜਵਾਨ ਵੀ ਹਾਜ਼ਰੀਆਂ ਭਰਿਓ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਾਰੇ ਦਰਬਾਰ ਦੀ ਸਫਾਈ ਦੀ ਸੇਵਾ ਹੋਣੀ ਹੈ। ਇਹ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਸਾਰੇ ਪ੍ਰੋਗਰਾਮ ਦਾ ਵੇਰਵਾ ਸਾਹਮਣੇ ਇਸ਼ਤਿਹਾਰ ਪਏ ਨੇ, ਉਹਨਾਂ ਵਿੱਚ ਹੈ। ਆਪ ਸੰਗਤਾਂ ਨੇ ਉੱਥੋਂ ਜਾਣਕਾਰੀ ਲੈ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।